दोस्तों सत श्री अकाल। मैं सतविंदर सिंह हाज़र हाँ लैके प्रोग्राम खास खबर ते एक नज़र। खास खबर ते एक नज़र प्रोग्राम ਦੇ ਵਿੱਚ ਅਸੀਂ ਝਾਤ ਪਾਉਂਦੇ ਹਾਂ ਕੁਝ ਖਾਸ ਖਬਰਾਂ ਦੇ ਉੱਤੇ ਜਿਹੜੀਆਂ ਕਿ ਪਿਛਲੇ ਹਫਤੇ ਦੇ ਵਿੱਚ ਸੁਰਖੀਆਂ ਬਣੀਆਂ ਹੋਣ। ਔਰ ਖਾਸ ਖਬਰਾਂ ਦੇ ਉੱਤੇ ਝਾਤ ਪਾਉਣ ਵਾਸਤੇ ਮੇਰੇ ਨਾਲ ਆਏ ਹੋਏ ਨੇ ਜੱਗੀ ਢਿੱਲੋਂ ਜੀ। ਆਓ ਸਵਾਗਤ ਕਰਦੇ ਹਾਂ ਜੱਗੀ ਢਿੱਲੋਂ ਹੋਰਾਂ ਦਾ। ਜੱਗੀ ਢਿੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੱਗੀ ਜੀ ਜਿਵੇਂ ਆਪਾਂ ਗੱਲ ਕਰੀਏ ਕਿ ਪਿਛਲੇ ਹਫਤੇ ਜਿਹੜੀਆਂ ਮੇਨ ਸੁਰਖੀਆਂ ਰਹੀਆਂ ਨੇ ਕਿ ਹਿੰਦੁਸਤਾਨ ਦੇ ਵਿੱਚ ਨਵੀਂ ਸਰਕਾਰ ਬਣੀ ਸੀ ਔਰ ਸਾਰੇ ਜਿਵੇਂ ਕਹਿ ਲਓ ਕਿ ਇੱਕ ਚਾਅ ਜਿਹਾ ਹੁੰਦਾ ਨਵੀਂ ਸਰਕਾਰ ਬਣਨ ਦਾ। ਔਰ ਅਚਾਨਕ ਇੱਕ ਘਟਨਾ ਵਾਪਰ ਗਈ ਕਿ ਗੋਪੀਨਾਥ ਮੁੰਡੇ ਜਿਹੜੇ ਕਿ ਬੜੇ ਸੀਨੀਅਰ ਨੇਤਾ ਸਨ ਔਰ ਖਾਸ ਮੰਤਰੀ ਸਨ ਮੋਦੀ ਸਰਕਾਰ ਦੇ ਵਿੱਚ, ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਮੌਤ ਹੋ ਗਈ। ਇਸ ਮੌਤ ਨੂੰ ਤੁਸੀਂ ਕਿਸ ਤਰ੍ਹਾਂ ਵਾਚਦੇ ਹੈਗੇ ਹੋ? ਕਿੰਨਾ ਕੁ ਵੱਡਾ ਝਟਕਾ ਹੈ ਇਹ ਸਰਕਾਰ ਵਾਸਤੇ? ਸਤਿੰਦਰ ਜੀ, ਪਹਿਲਾਂ ਤਾਂ ਮੇਰੀ ਉਹਨਾਂ ਦੇ ਪਰਿਵਾਰ ਨਾਲ ਸਹਾਨੁਭੂਤੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਹਮੇਸ਼ਾ ਲਈ ਖੋਤਾ ਆ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਇੰਨੇ ਸੀਨੀਅਰ ਨੇਤਾ ਬੀਜੇਪੀ ਦੇ ਔਰ ਬੜੇ ਸੁਲਝੇ ਹੋਏ ਨੇਤਾ ਆਪਣੇ ਕਹਿ ਲਓ ਵੀ ਇੰਨੇ ਕੋਈ ਪਿੱਛੋਂ ਪੋਲੀਟੀਕਲ ਬੈਕਗਰਾਊਂਡ ਨਹੀਂ ਸੀ ਹੈਗੀ, ਆਪਣੇ ਮਿਹਨਤ ਕਰਕੇ ਸਟਰਗਲ ਕਰਕੇ ਉਹਨਾਂ ਨੇ ਮਹਾਰਾਸ਼ਟਰਾ ਦੇ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਤੇ ਆਪਾਂ ਕਹਿ ਲਈਏ ਕਿ ਜ਼ਮੀਨ ਦੇ ਨਾਲ ਜੁੜੇ ਹੋਏ ਇਨਸਾਨ ਸੀਗੇ। ਇਸੇ ਕਰਕੇ ਉਹਨਾਂ ਦੀ ਪਪੂਲੈਰਿਟੀ ਸੀਗੀ ਕਿ ਉਹਨਾਂ ਦੇ ਜਿਹੜੀ ਦੁਨੀਆ ਨਾਲ ਜਿਹੜੀ ਡੀਲਿੰਗ ਸੀਗੀ ਉਹ ਬਹੁਤ ਜ਼ਿਆਦਾ ਕਲੋਜ਼ ਸੀਗੀ। ਔਰ ਹੁਣ ਵੀ ਉਹਨਾਂ ਦੇ ਜਿਹੜੀ ਕ੍ਰਿਮੇਸ਼ਨ ਹੋਈ ਆ, ਸੰਸਕਾਰ 'ਤੇ ਵੀ ਬਹੁਤ ਇਕੱਠ ਹੋਇਆ ਔਰ ਦੁਨੀਆ ਨੇ ਬਹੁਤ ਇਸ ਗੱਲ ਨੂੰ ਉਹਨਾਂ ਦੇ ਸਡਨ ਇਸ ਕਾਰ ਐਕਸੀਡੈਂਟ ਦੇ ਵਿੱਚ ਡੈਥ ਹੋਣ ਨੂੰ ਬਹੁਤ ਸੀਰੀਅਸਲੀ ਔਰ ਗੰਭੀਰਤਾ ਨਾਲ ਲਿੱਤਾ। ਇਹ ਜਿਵੇਂ ਕਾਰ ਐਕਸੀਡੈਂਟ ਹੋਇਆ ਹੈਗਾ ਬੜਾ ਅਰਲੀ ਮਾਰਨਿੰਗ ਸਵੇਰੇ ਹੋਇਆ ਹੈਗਾ ਔਰ ਇੱਕ ਸਾਈਡ ਤੋਂ ਆ ਕੇ ਕਾਰ ਵੱਜਦੀ ਹੈਗੀ ਹੈ ਔਰ ਕਾਰ ਦਾ ਬਹੁਤਾ ਨੁਕਸਾਨ ਵੀ ਨਹੀਂ ਹੁੰਦਾ, ਫਿਰ ਵੀ ਉਹਨਾਂ ਦੀ ਡੈਥ ਹੋ ਜਾਂਦੀ ਹੈ। ਇਸ ਨੂੰ ਕਿ ਸ਼ੱਕ ਦੀ ਨਿਗਾਹ ਨਾਲ ਵੀ ਵੇਖਿਆ ਜਾ ਰਿਹਾ ਵੀ ਕਿਤੇ ਕੋਈ ਸਾਜ਼ਿਸ਼ ਜਾਂ ਕਿਉਂਕਿ ਜਿਹੜੀ ਇੰਟੈਲੀਜੈਂਸ ਬਿਊਰੋ ਤੱਕ ਜਿਹੜੀ ਹੈਗੀ ਉਹਦੀ ਇਨਵੈਸਟੀਗੇਟ ਕਰ ਰਹੀ ਹੈਗੀ ਹੈ। ਹਾਲਾਂਕਿ ਉਸ ਜਿਹੜਾ ਡਰਾਈਵਰ ਨੇ ਕਾਰ ਮਾਰੀ ਹੈਗੀ ਹੈ ਉਹਨੇ ਤਾਂ ਬੜੀ ਕੋਸ਼ਿਸ਼ ਕੀਤੀ, ਕਹਿੰਦੇ ਕਿ ਉਹ ਆਪਣੇ ਰਾਈਟ 'ਤੇ ਸੀ, ਸਹੀ ਮਤਲਬ ਹਰੀ ਬੱਤੀ ਦੇ ਉੱਤੇ ਜਾ ਰਿਹਾ ਸੀ ਅਤੇ ਜੇ ਕੋਈ ਫਾਲਟ ਨਿਕਲਦਾ ਹੈਗਾ ਤਾਂ ਉਹਦਾ ਜਿਹੜਾ ਡਰਾਈਵਰ ਚਲਾ ਰਿਹਾ ਸੀ ਉਹਦਾ ਹੀ ਨਿਕਲ ਸਕਦਾ ਹੈਗਾ ਫਿਲਹਾਲ। ਜਿਹੜੀ ਕਿ ਮਤਲਬ ਕਿਉਂਕਿ ਜੋ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਉਸ ਡਰਾਈਵਰ ਨੂੰ ਜਿਸ ਦੀ ਕਾਰ ਵਿੱਚ ਵੱਜੀ ਸੀ, ਪਰ ਉਸ ਨੂੰ ਜਿਹੜਾ ਜ਼ਮਾਨਤ 'ਤੇ ਰਿਹਾ ਵੀ ਕਰ ਦਿੱਤਾ ਹੈਗਾ। ਅਤੇ ਤੁਹਾਨੂੰ ਕੀ ਲੱਗਦਾ ਕਿ ਕੋਈ ਜਾਇਜ਼ ਗੱਲਾਂ ਹੈਗੀਆਂ ਵੀ ਇਸ ਤਰ੍ਹਾਂ ਦੀ ਸ਼ੱਕ ਕਰਨੀ? ਜਿਹੜਾ ਸ਼ੱਕ ਅੱਜ ਦੀ ਡੇਟ ਦੇ ਵਿੱਚ ਤਾਂ ਮੈਂ ਕਹੂੰਗਾ ਜੀ ਬੜਾ ਅਰਲੀ ਹੈਗਾ ਆ ਕਿਸੇ ਵੀ ਚੀਜ਼ 'ਤੇ ਕਨਕਲੂਡ ਕਰਕੇ ਪਹੁੰਚਣਾ। ਪਰ ਜਿਸ ਕਰਕੇ ਇਹ ਜ਼ਿਆਦਾ ਨੋਟਿਸ 'ਚ ਆ ਰਹੀ ਹੈ ਗੱਲ ਉਹ ਇਹ ਹੈਗਾ ਕਿ ਇੱਕ ਤਾਂ ਏਅਰਪੋਰਟ ਦੇ ਆਲੇ ਦੁਆਲੇ ਦਾ ਜਿਹੜਾ ਏਰੀਆ ਹੈਗਾ ਉਹ ਬਹੁਤ ਹੀ ਸਪੈਸ਼ਲੀ ਰੈਗੂਲੇਟਡ ਏਰੀਆ, ਬਹੁਤ ਟ੍ਰੈਫਿਕ ਤੋਂ ਪੁਆਇੰਟ ਆਫ ਵਿਊ ਨਾਲ। ਦੂਸਰੀ ਗੱਲ ਜਿਹੜੀ ਹੈਰਾਨਗੀ ਵਾਲੀ ਹੈਗੀ ਹੈ ਕਿ SPG ਜਿਹੜੀ ਸਿਕਿਉਰਿਟੀ ਕਵਰ ਇਹਨਾਂ ਨੂੰ ਮਿਲੀ ਹੋਈ ਆ, ਉਹਨਾਂ ਦੀਆਂ ਗੱਡੀਆਂ ਅੱਗੇ ਪਿੱਛੇ ਡੈਫੀਨੇਟਲੀ ਹੋਣਗੀਆਂ ਅਤੇ ਉਹ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਕਾਰ ਦਾ ਹਿੱਟ ਕਰ ਜਾਣਾ ਤੇ ਉਹਦਾ ਦੁਨੀਆ ਦਾ ਅਚਾਨਕ ਵੀ ਹੋ ਸਕਦਾ। ਪਰ ਯੈਸ ਥੋੜਾ ਜਿਹਾ ਹਾਂਜੀ ਜਿਹੜੀ ਸੱਚਾਈ ਆ ਉਹ ਤਾਂ ਇਨਵੈਸਟੀਗੇਸ਼ਨ ਨਾਲ ਹੀ ਬਾਹਰ ਨਿਕਲਣੀ ਹੈ ਵੀ ਐਕਚੁਅਲ 'ਚ ਕੀ ਫੈਕਟ ਹੈਗਾ ਇਸ। ਚਲੋ ਇਹ ਤੇ ਜਿਹੜਾ ਸੀ ਉਹਨਾਂ ਨੂੰ ਝਟਕਾ ਲੱਗਿਆ ਸਰਕਾਰ ਨੂੰ ਵੀ ਅਚਾਨਕ ਇੱਕ ਉਹਨਾਂ ਦਾ ਸੀਨੀਅਰ ਮੰਤਰੀ ਸੀ, ਸਾਰੇ ਜਣੇ ਉਸ ਕੰਮ ਦੇ ਵਿੱਚ ਜਿਹੜਾ ਹੈ ਇਨਵੋਲਵ ਹੋ ਗਏ। ਅਤੇ ਪਰ ਜਿਵੇਂ ਆਪਾਂ ਹੁਣ ਸਰਕਾਰ ਦੀ ਗੱਲ ਕਰੀਏ ਕਿ ਜਿਵੇਂ ਪਿਛਲੇ ਹਫ਼ਤੇ ਜਿਹੜੀਆਂ ਗਤੀਵਿਧੀਆਂ ਰਹੀਆਂ ਮੋਦੀ ਦੀਆਂ ਜਾਂ ਮੋਦੀ ਸਰਕਾਰ ਦੀਆਂ, ਉਹਨਾਂ ਗਤੀਵਿਧੀਆਂ ਤੋਂ ਕੀ ਤੁਹਾਨੂੰ ਲੱਗਦਾ ਕਿ ਇਹ ਸਰਕਾਰ ਕੁਛ ਜਿਹੜੀ ਹੈਗੀ ਹੈ ਵੀ ਕੋਈ ਪੋਜ਼ੀਟਿਵ ਡਾਇਰੈਕਸ਼ਨ ਵੱਲ ਨੂੰ ਜਾ ਰਹੀ ਹੈਗੀ ਹੈ? ਇਸ ਦੇ ਪਿਛਲੇ ਹਫ਼ਤੇ ਦੀਆਂ ਜਿਹੜੀਆਂ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰੋ ਇਨਫੋਰਮੇਸ਼ਨ ਵੀ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹੀਆਂ ਅਤੇ ਆਪਾਂ ਨੂੰ ਉਹਦੇ ਤੋਂ ਕੀ ਸਮਝਣਾ ਚਾਹੀਦਾ ਹੈਗਾ? ਮੈਂ ਜੀ ਬੜੀ ਕਲੋਜ਼ਲੀ ਮੋਦੀ ਸਾਹਿਬ ਨੂੰ ਪਿਛਲੇ 10 ਸਾਲਾਂ ਤੋਂ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਅਬਜ਼ਰਵ ਕਰਦਾ ਰਿਹਾ ਅਤੇ ਹੁਣ ਵੀ ਜਦੋਂ ਪ੍ਰਧਾਨ ਮੰਤਰੀ ਬਣੇ ਨੇ ਅਤੇ ਜੋ ਉਹਨਾਂ ਨੇ ਗੱਲਾਂ ਕਹੀਆਂ ਸੀਗੀਆਂ ਉਹਨਾਂ ਨੂੰ ਦੇਖਦਿਆਂ ਹੋਇਆਂ ਜਿਹੜੇ ਹੁਣ ਤੱਕ ਦੀਆਂ ਗਤੀਵਿਧੀਆਂ ਨੇ ਜੀ ਉਹ ਬੜੀਆਂ ਪੋਜ਼ੀਟਿਵ ਅਤੇ ਉਹਨਾਂ ਦੀ ਜਿਹੜੀ ਅਪਰੋਚ ਹੈਗੀ ਆ ਉਹ ਬਹੁਤ ਪ੍ਰੈਕਟੀਕਲ ਲੱਗ ਰਹੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਮੈਂ ਉਹਨਾਂ ਦੀ ਦੇਖੀ ਆ, ਉਹਨਾਂ ਨੇ ਜਿਹੜੀ ਹਰ ਮਿਨਿਸਟਰੀ ਦੇ ਵਿੱਚ ਜਿਹੜੇ ਬਿਊਰੋਕਰੈਟਸ ਸੀਗੇ, ਸਪੈਸ਼ਲੀ ਜਿਹੜੇ ਬਿਊਰੋਕਰੈਟਸ ਉਹਨਾਂ ਮਿਨਿਸਟਰੀਆਂ ਨੂੰ ਹੈੱਡ ਕਰਦੇ ਸੀਗੇ, ਉਹਨਾਂ ਦੇ ਨਾਲ 1 to 1 ਇੱਕ ਰਿਲੇਸ਼ਨ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਹ ਇਸ ਗੱਲ ਨੂੰ ਇਨਕਰੇਜ ਕਰ ਰਹੇ ਆ ਵੀ ਅਗਰ ਤੁਹਾਡੇ ਨੋਟਿਸ ਵਿੱਚ ਕੋਈ ਚੀਜ਼ ਆਉਂਦੀ ਹੈ ਜਾਂ ਤੁਹਾਨੂੰ
ਕੋਈ ਸੁਜੈਸ਼ਨ ਤੁਸੀਂ ਦੇਣਾ ਸਮਝਦੇ ਹੋ ਜਿਹਦੇ ਨਾਲ ਹਾਂਜੀ ਜਿੱਥੇ ਕਮੀਆਂ ਪਿੱਛੇ ਰਹੀਆਂ ਨੇ, ਕੋਈ ਅਗਰ ਪ੍ਰੋਜੈਕਟ ਰੁਕਿਆ ਸੀ ਤਾਂ ਕਿਸ ਕਰਕੇ ਰੁਕਿਆ ਸੀਗਾ, ਅਗਰ ਉਹਦੇ 'ਚ ਸਟਰੈਂਥ ਹੈਗੀ ਹੈ ਵੀ ਉਹ ਪ੍ਰੋਜੈਕਟ ਪਾਸ ਹੋਣਾ ਚਾਹੀਦਾ ਸੀਗਾ, ਕਿੱਥੇ ਕਰਕੇ ਉਹ ਆ ਕੇ ਚੀਜ਼ ਰੁਕੀ, ਉਹਨੂੰ ਕਿੱਦਾਂ ਸੋਲਵ ਕਰ ਸਕਦੇ ਆ। ਤੁਸੀਂ ਮੇਰੇ ਨਾਲ ਡਾਇਰੈਕਟ ਰਾਬਤਾ ਕਾਇਮ ਕਰ ਸਕਦੇ ਹੋ, ਮੈਨੂੰ ਈਮੇਲ ਦੇ ਥਰੂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਇਹ ਜਿਹੜਾ ਬਿਊਰੋਕ੍ਰੇਸੀ ਦੇ ਨਾਲ ਇੰਨੀ ਕਲੋਜ਼ ਰਿਲੇਸ਼ਨ ਬਣਾਉਣਾ ਮੇਰਾ ਖਿਆਲ ਹੈ ਕਿ ਬਹੁਤ ਹੀ ਪੋਜ਼ਿਟਿਵ ਇੱਕ ਮੈਂ ਇਹਨੂੰ ਸਟੈਪ ਮੰਨਦਾ ਹਾਂ, ਕਿਉਂਕਿ ਕਿਤੇ ਨਾ ਕਿਤੇ ਅਸੀਂ ਪਿਛਲੇ ਇੰਨੇ ਸਾਲਾਂ ਤੋਂ ਇਹੀ ਦੇਖਦੇ ਆਏ ਹਾਂ ਕਿ ਬਿਊਰੋਕ੍ਰੈਟਿਕ ਹਰਡਲਸ ਜਿਹੜੀਆਂ ਨੇ ਉਹ ਆ ਕੇ ਇੱਕ ਸਿਸਟਮ ਨੂੰ ਇੰਨਾ ਸਲੋ ਕਰ ਦਿੰਦੀਆਂ ਸੀਗੀਆਂ ਕਿ ਦੁਨੀਆ ਜਿਹੜੀ ਵੀ ਕੋਈ ਵੀ ਕੰਮ ਨੂੰ ਲੈ ਕੇ ਜਾਂ ਕੋਈ ਵੀ ਪ੍ਰੋਜੈਕਟ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੀ ਸੀ ਵੀ ਗੱਲ ਜਿਹੜੀ ਆ ਅਪਰੂਵਲ ਤੱਕ ਪਹੁੰਚਦੇ ਨੂੰ ਜਿਹੜਾ ਪ੍ਰੋਜੈਕਟ ਹੁੰਦਾ ਸੀਗਾ ਉਹ ਦੋਣੀ ਜਾਂ ਤਿਗਣੀ ਕਾਸਟ ਤੇ ਪਹੁੰਚ ਜਾਂਦਾ ਸੀਗਾ। ਤੇ ਉਹ ਅਗਰ ਇਸ ਚੀਜ਼ ਨੂੰ ਲੈ ਕੇ ਚੱਲੇ ਨੇ ਤੇ ਬਹੁਤ ਵਧੀਆ ਹੈਗਾ। ਦੂਸਰਾ, ਇਸੇ ਚੱਕਰ 'ਚ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਮੈਨੂੰ ਤੁਸੀਂ ਸਲਾਈਡਸ ਬਣਾ ਕੇ ਆਪਣੀ ਪ੍ਰੈਜੈਂਟੇਸ਼ਨ ਦਿਓ ਵੀ ਤੁਸੀਂ ਪ੍ਰੋਬਲਮਸ ਕੀ ਫੇਸ ਕੀਤੀਆਂ, ਤੁਹਾਡੇ ਕੋਲ ਸੁਜੈਸ਼ਨਸ ਕੀ ਨੇ, ਤੇ ਤੁਹਾਡੇ ਆਉਣ ਵਾਲੇ ਜਿਹੜੇ 100 ਡੇਜ਼ ਆ ਉਹਦੇ ਵਿੱਚ ਤੁਹਾਡਾ ਕੀ ਏਜੰਡਾ ਆ। ਤੇ ਉਹ ਅਗਰ ਦੇਖੀਏ ਤੇ ਕਿਤੇ ਨਾ ਕਿਤੇ ਇੱਕ ਜਿਹੜਾ ਪ੍ਰੋਫਿਟ ਸੈਂਟਰ ਹੁੰਦਾ ਹੈ, ਕਾਰਪੋਰੇਟ ਹਾਊਸ ਹੁੰਦਾ ਹੈ, ਉਸ ਤਰੀਕੇ ਨਾਲ ਉਹ ਦੇਖੀਏ ਤੇ ਚਲਾਉਣ ਦੀ ਮਤਲਬ ਜਿਹੜੀ ਹੈਗੀ ਪ੍ਰੈਜੈਂਟੇਸ਼ਨ ਜਿਹੜੀ ਸਰਕਾਰ ਵੱਲੋਂ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ। ਤੇ ਅਗਰ ਉਹ ਉਸ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਗਰ ਕਾਮਯਾਬ ਹੋ ਜਾਂਦੇ ਆ, ਔਰ ਹਰ ਬਿਊਰੋਕਰੇਟ ਦੇ ਉੱਤੇ ਅਗਰ ਹਰ ਮਿਨਿਸਟਰੀ 'ਚ ਅਗਰ ਇਹ ਪ੍ਰੈਸ਼ਰ ਹੋਵੇ ਕਿ ਜੋ ਮੈਂ ਪ੍ਰੈਜੈਂਟੇਸ਼ਨ ਵਿੱਚ ਕਿਹਾ ਸੀ, ਅਗਰ ਮੈਂ 100 ਦਿਨਾਂ ਦੇ ਬਾਅਦ ਅਗਰ ਮੇਰੀ ਇਵੈਲੂਏਸ਼ਨ ਹੁੰਦੀ ਹੈ ਤੇ ਅਗਰ ਕਿਤੇ ਮੈਂ ਲੈਕ ਕੀਤਾ ਸਾਹਮਣੇ ਆਇਆ ਤੇ ਮੇਰੇ ਪ੍ਰੋਫੈਸ਼ਨਲ ਕੈਰੀਅਰ ਵਾਸਤੇ ਮੇਰੇ ਪ੍ਰੋਫੈਸ਼ਨਲ ਕੈਰੀਅਰ ਵਾਸਤੇ ਬਹੁਤ ਅੱਛਾ ਉਹ ਨਹੀਂ ਹੋਏਗਾ। ਇਹ ਮਤਲਬ ਜਿਹੜਾ ਉੱਥੇ ਗਤੀਵਿਧੀਆਂ ਹੋ ਰਹੀਆਂ ਹੈਗੀਆਂ, ਹੁਣ ਪਹਿਲੀ ਵਾਰੀ ਇਹ ਲੱਗ ਰਿਹਾ ਹੈਗਾ ਕਿ ਹਾਂ ਯਾਰ ਕੋਈ ਸਰਕਾਰ ਕੰਮ ਕਰ ਰਹੀ ਹੈਗੀ ਹੈ ਵੀ ਏਜੰਡੇ ਦਿੱਤੇ ਜਾ ਰਹੇ, ਜਿਵੇਂ ਆਪਾਂ ਗੱਲ ਕੀਤੀ ਵੀ ਕਾਰਪੋਰੇਟ ਦੇ ਹਿਸਾਬ ਨਾਲ ਜਿਹੜਾ ਹੈ ਚੱਲ ਰਿਹਾ ਹੈਗਾ ਵੀ ਕੀ ਏਜੰਡਾ, ਕਿੱਥੇ ਕਮੀਆਂ ਕਿੱਥੇ ਹੋ ਸਕਦੀਆਂ, ਜਿਹੜਾ ਉਹ ਬੰਦਾ ਉਸ ਦਾ ਇੰਚਾਰਜ ਹੈਗਾ ਜੇ ਨਹੀਂ ਕਰ ਪਾਉਂਦਾ ਉਹਨੂੰ ਚੇਂਜ ਵੀ ਕੀਤਾ ਜਾ ਸਕਦਾ ਹੈਗਾ ਵੀ ਜੇ ਤੂੰ ਨਹੀਂ ਕਰ ਰਿਹਾ ਹੈਗਾ। ਜਿਵੇਂ ਤੁਸੀਂ ਬਿਊਰੋਕਰੇਸੀ ਦੀ ਗੱਲ ਕੀਤੀ ਸੀ ਕਿ ਪਰ ਮੈਂ ਉੱਥੇ ਪੰਜਾਬ 'ਚ ਰਹਿੰਦੇ ਆ ਵੀ ਜਿਹੜਾ ਹੈਗਾ ਕਈ ਬਿਊਰੋਕਰੇਟਸ ਨਾਲ ਮੇਰੀ ਗੱਲਬਾਤ ਹੁੰਦੀ ਸੀ ਤੇ ਉਹ ਇਹਨਾਂ ਦੀ ਆਪਸ ਵਿੱਚ ਕਮਿਊਨੀਕੇਸ਼ਨ ਬਹੁਤ ਘੱਟ ਹੁੰਦਾ ਹੈਗਾ ਤੇ ਉਹਦੇ ਕਰਕੇ ਵੀ ਜਿਹੜੀਆਂ ਕਈ ਚੀਜ਼ਾਂ ਕਈ ਪ੍ਰੋਜੈਕਟ ਜਿਹੜੇ ਹੈਗੇ ਰੁਕੇ ਰਹਿੰਦੇ ਨੇ ਔਰ ਫੰਡ ਕਹਿੰਦੇ ਕਿ ਸੈਂਟਰ ਤੋਂ ਆਉਂਦੇ ਨੇ ਵਾਪਸ ਚਲੇ ਜਾਂਦੇ ਹੈਗੇ ਨੇ, ਇੱਦਾਂ ਮਤਲਬ ਅਲੱਗ-ਅਲੱਗ ਮਿਨਿਸਟਰੀਆਂ ਮਿਲਦੇ ਹੈਗੇ ਨੇ ਕਿ ਉਹ ਕਿਉਂਕਿ ਅਫਸਰ ਜਿਹੜਾ ਹੈਗਾ ਕੁਝ ਹੋਰ ਸੋਚਦਾ, ਮਿਨਿਸਟਰ ਆਪਣੇ ਟੌਰ ਬਣਾਉਣ ਵਾਸਤੇ ਕੁਝ ਹੋਰ ਸੋਚਦਾ। ਪਰ ਮੈਨੂੰ ਲੱਗਦਾ ਕਿ ਐਤਕੀ ਕੁਛ ਨਾ ਕੁਛ ਇਹਦੇ 'ਚ ਚੇਂਜ ਆਏਗਾ ਔਰ ਕੰਮ ਕਰਨ ਦੀ ਭਾਵਨਾ ਨਾਲ ਕੀਤਾ ਜਾਏਗਾ, ਨਾ ਕਿ ਟੌਰ ਬਣਾਉਣ ਦੀ ਭਾਵਨਾ ਨਾਲ ਜਿਹੜਾ ਹੈਗਾ ਇਹ ਮਤਲਬ ਅਗਾਂਹ ਜਿਹੜਾ ਹੈਗਾ ਕੰਮ ਵਧੇਗਾ। ਹਾਂਜੀ, ਨਹੀਂ ਜਿੱਦਾਂ ਉਹਨਾਂ ਨੇ ਇਨੀਸ਼ੀਅਲੀ ਵੀ ਜਿਹੜੇ ਆਪਣੀ ਕੈਬਨਿਟ ਜਦੋਂ ਫਾਰਮ ਕੀਤੀ ਹੈ ਉਦੋਂ ਉਹਨਾਂ ਨੇ ਇਹੀ ਮੇਰਾ ਖਿਆਲ ਮੈਸੇਜ ਬੜਾ ਕਲੀਅਰਲੀ ਮਿਨਿਸਟਰੀ ਜਿਹੜੇ ਲੈਵਲ ਤੇ ਬੰਦੇ ਨੇ ਉਹਨਾਂ ਨੂੰ ਵੀ ਦਿੱਤਾ ਹੈ ਕਿ ਤੁਸੀਂ ਆਪਣੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਰੱਖਣੀਆਂ ਨੇ ਕਿ ਹਰ ਕੰਮ ਜਿਹੜਾ ਆ ਉਹ ਇੱਕ ਟਾਈਮ ਬਾਉਂਡ ਫਰੇਮ ਦੇ ਵਿੱਚ ਹੋਵੇ। ਇਹ ਨਹੀਂ ਹੈਗਾ ਵੀ ਇੱਕ ਕੰਮ ਨੂੰ ਸ਼ੁਰੂ ਕਰ ਲਿਆ ਉਹ ਕਦੋਂ ਐਂਡ ਹੋ ਰਿਹਾ ਨਹੀਂ ਹੋ ਰਿਹਾ ਉਹਦੀ ਕੋਈ ਉਗ ਸੁਗ ਨਹੀਂ ਹੈਗੀ। ਦੂਸਰੀ ਗੱਲ, ਕਿਤੇ ਨਾ ਕਿਤੇ ਉਹਨਾਂ ਨੇ ਇਹ ਜ਼ਰੂਰ ਆਪਣੇ ਕੈਬਨਿਟ ਨੂੰ ਵੀ ਤੇ ਬਿਊਰੋਕਰੇਟਸ ਨੂੰ ਵੀ ਇਹ ਕਨਵੇ ਕੀਤਾ ਹੈਗਾ ਕਿ ਜਿੱਥੇ ਤੁਸੀਂ ਰੁਕ ਰਹੇ ਹੋ, ਫਸ ਰਹੇ ਹੋ, ਤੁਸੀਂ ਮੈਨੂੰ ਕੰਟੈਕਟ ਕਰੋ। ਉਹ ਜਿਹੜੀ ਚੀਜ਼ ਹੈ ਅਗਰ ਉਹ ਆਪਣੇ ਪਰਸਨਲ ਇਨਫਲੂਐਂਸ ਔਰ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਟਿਵ ਕੁਆਲਿਟੀ ਮੈਂ ਕਹੂੰਗਾ ਅਗਰ ਉਹਦੇ ਨਾਲ ਕਿਤੇ ਕਵਰ ਕਰ ਗਏ, ਕਿਉਂਕਿ ਜਿਹੜੇ ਬਿਊਰੋਕਰੇਟਸ ਹੈਗੇ ਜੀ ਉਹ ਆਪਣੀ ਚੇਅਰਸ ਤੇ ਬਹਿ ਕੇ ਉਹਨਾਂ ਦੇ ਵਿੱਚ ਵੀ ਬੜੀਆਂ ਈਗੋ ਹੈਸਲਸ ਹੁੰਦੀਆਂ ਨੇ ਵੀ ਮੈਂ ਆਪਣੇ ਮਿਨਿਸਟਰੀ ਦਾ ਹੈਡ ਆ, ਦੂਜੀ ਮਿਨਿਸਟਰੀ ਦਾ ਹੈਡ ਆ, ਉਹ ਮੈਨੂੰ ਆਹ ਲਿਖੇ ਆਹ ਮੈਨੂੰ ਕਹੇ ਮੈਂ ਤਾਂ ਹੀ ਕੰਮ ਕਰੂੰਗਾ। ਅਹਿਮੀਅਤ ਵਧਾਉਣ ਦੀ ਅਹਿਮੀਅਤ ਜੀ, ਹਾਂ, ਜਿਹੜੀ ਆਪਣੀ ਕੁਰਸੀ ਦੀ ਪਾਵਰ ਜੀ ਦਿਖਾਉਣ ਦੇ ਵਿੱਚ ਜ਼ਿਆਦਾ ਰਹਿੰਦੇ ਸੀਗੇ। ਅਗਰ ਕਿਤੇ ਇਸ ਚੀਜ਼ ਨੂੰ ਸਟ੍ਰੀਮਲਾਈਨ ਕਰ ਗਏ ਮੋਦੀ ਸਾਹਿਬ ਔਰ ਉਹਨਾਂ ਦੀ ਟੀਮ ਤੇ ਮੇਰਾ ਖਿਆਲ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਡੈਫੀਨਿਟਲੀ ਪ੍ਰੈਕਟੀਕਲ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਅਸੀਂ ਵੀ ਇਸ ਚੀਜ਼ ਦੀ ਆਸ ਕਰਦੇ ਹਾਂ ਔਰ ਐਕਸਪੈਕਟੇਸ਼ਨ ਵੀ ਰੱਖਦੇ ਹੈਗੇ ਕਿ ਜ਼ਰੂਰ ਹਿੰਦੁਸਤਾਨ ਦਾ ਜਿਹੜਾ ਹੈਗਾ ਭਲਾ ਹੋਣਾ ਚਾਹੀਦਾ ਹੈ, ਭਾਵੇਂ ਕਿਉਂ ਰਾਤੋਂ ਰਾਤ ਤੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਸਭ ਕੁਝ ਚੇਂਜ ਹੋ ਜਾਏਗਾ, ਪਰ ਨਹੀਂ ਉਹ ਨਹੀਂ ਹੋਣਾ ਚਾਹੀਦਾ। ਇੱਕ ਰਸਤਾ ਤੇ ਜਿਹੜਾ ਹੈਗਾ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਰਸਤੇ ਤੇ ਪੈ ਗਏ ਹੈਗੇ, ਮੰਜ਼ਿਲ ਵੀ ਉਸ ਹਿਸਾਬ ਨਾਲ ਤੁਹਾਨੂੰ ਮਿਲਣ ਦੀ ਸੰਭਾਵਨਾ ਹੁੰਦੀ ਹੈਗੀ। ਨਹੀਂ ਬਿਲਕੁਲ ਜੀ, ਅਗਰ ਉਹ ਰਸਤਾ ਸਹੀ ਫੜਨਗੇ ਤੇ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਵੀ ਚਾਂਸ ਹੈਗੇ ਆ, ਤੇ ਜੇ ਰਸਤੇ 'ਚ ਹੀ ਕਿਤੇ ਗਵਾਚਣਗੇ ਤਾਂ ਫਿਰ ਮੰਜ਼ਿਲ ਕਿੱਥੇ ਔਰ ਆਪ ਕਿੱਥੇ। ਪਰ ਇੱਕ ਜਿਹੜੀ ਹੋਰ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਕਾਫੀ ਆਪੋਜੀਸ਼ਨ 'ਚ ਜ਼ਿਆਦਾ ਚਿਰ ਰਹੀ ਹੈਗੀ ਹੈ, ਪਾਵਰ 'ਚ ਤਾਂ ਬਹੁਤ ਘੱਟ ਰਹੀ ਹੈਗੀ ਹੈ,
ਪਰ ਜਦੋਂ ਬੰਦਾ ਪਾਵਰ ਦੇ ਵਿੱਚ ਹੁੰਦਾ ਹੈਗਾ ਉਦੋਂ ਵਿਚਾਰ ਕੁਝ ਹੋਰ ਹੁੰਦੇ ਨੇ, ਜਦੋਂ ਆਪੋਜੀਸ਼ਨ ਹੁੰਦਾ ਉਦੋਂ ਵਿਚਾਰ ਹੋਰ ਹੁੰਦੇ ਨੇ। ਭਾਰਤੀ ਜਨਤਾ ਪਾਰਟੀ ਤੇ ਵੀ ਕੁਝ ਚੀਜ਼ਾਂ ਇਦਾਂ ਦੀਆਂ ਆ ਰਹੀਆਂ, FDI ਨੂੰ ਲੈ ਕੇ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਆ ਰਹੀ ਹੈਗੀ ਹੈ। ਪਹਿਲਾਂ ਉਹਨਾਂ ਦੀਆਂ ਸਟ੍ਰੈਟਜੀਜ਼ ਕੁਝ ਹੋਰ ਹੁੰਦੀਆਂ ਸੀ, ਉਹਦੀ ਵਿਰੋਧਤਾ ਕਰਦੇ ਸੀ। ਹੁਣ ਉਹ ਕਹਿੰਦੇ ਵੀ ਜੇ ਡਿਫੈਂਸ ਮਿਨਿਸਟਰੀ 'ਚ 100% ਹੀ ਜਿਹੜੀ ਹੈਗੀ FDI ਆਪਾਂ ਕਰਦੇ ਨਹੀਂ ਹੈਗੀਆਂ। ਤੇ ਤੁਹਾਨੂੰ ਕੀ ਲੱਗਦਾ ਵੀ ਸੱਤਾ ਤੇ ਬੈਠਣ ਕਰਕੇ ਇਹ ਪਾਲਿਸੀਆਂ ਬੰਦੇ ਦਾ ਜਿਹੜੀ ਹੈਗੀ ਆਪਣੀਆਂ ਜਿਹੜੀ ਪਾਰਟੀ ਦੀਆਂ ਪਾਲਿਸੀਆਂ ਉਹ ਵੀ ਚੇਂਜ ਹੋ ਜਾਂਦੀਆਂ ਹੈਗੀਆਂ? ਨਹੀਂ, ਡੈਫੀਨਿਟਲੀ ਜੀ। ਜਿਹੜੀਆਂ ਇਕਨੋਮਿਕਸ ਦੀਆਂ ਜਾਂ ਇਸ ਵੇਲੇ ਹਿੰਦੁਸਤਾਨ ਦੀਆਂ ਜਿਹੜੀਆਂ ਇਕਨੋਮਿਕ ਫਰੰਟ ਤੇ ਜੋ ਸੱਚਾਈ ਆ, ਉਹ ਪਾਵਰ 'ਚ ਕੋਈ ਵੀ ਬੈਠੇ, ਚਾਹੇ ਉਹ ਕਾਂਗਰਸ ਬੈਠੇ ਜਾਂ BJP ਬੈਠੇ ਜਾਂ ਕੋਈ ਹੋਰ ਥਰਡ ਪਾਰਟੀ ਬੈਠੇ, ਉਹ ਪ੍ਰੋਬਲਮਸ ਜਾਂ ਉਹ ਸੱਚਾਈਆਂ ਸੇਮ ਹੀ ਰਹਿਣੀਆਂ ਨੇ। ਉਹ ਗਰਾਊਂਡ ਰਿਐਲਿਟੀਜ਼ ਬਦਲ ਨਹੀਂ ਜਾਣੀਆਂ। ਹੁਣ ਪਾਵਰ 'ਚ ਆਉਣ ਵਾਸਤੇ ਬੜੇ ਵਾਅਦੇ ਜਿਹੜੇ ਨੇ ਉਹ ਪਾਰਟੀਆਂ ਕਰਦੀਆਂ ਨੇ। ਅੱਜ ਇਹਨਾਂ ਨੇ ਵਾਅਦੇ ਕੀਤੇ ਤੇ ਇਹ ਪਾਵਰ 'ਚ ਆ ਗਏ ਨੇ, ਤੇ ਹੁਣ ਇਹਨਾਂ ਨੂੰ ਉਹਨਾਂ ਵਾਅਦਿਆਂ ਦੇ ਮੁਤਾਬਕ ਡਿਲੀਵਰ ਕਰਨਾ ਪੈਣਾ ਆ। ਪਰ ਜਿਹੜੀ ਗਰਾਊਂਡ ਦੀ ਰਿਐਲਿਟੀ ਹਾਂਜੀ ਰੱਖਣਾ ਪੈਣਾ। ਹੁਣ ਜਿਹੜਾ ਤੁਸੀਂ ਪੁਆਇੰਟ ਬੜਾ ਵੈਲਿਡ ਰੇਜ਼ ਕੀਤਾ ਆ ਕਿ ਜਦੋਂ ਇਹ ਪਾਵਰ 'ਚ ਨਹੀਂ ਹੁੰਦੇ ਉਦੋਂ ਉਸੇ ਚੀਜ਼ ਨੂੰ ਅਪੋਜ਼ ਕਰਦੇ ਆ, ਜਦੋਂ ਇਹ ਉਸੇ ਪਾਵਰ 'ਚ ਆ ਜਾਂਦੇ ਨੇ ਤਾਂ ਉਸੇ ਗੱਲ ਨੂੰ ਇਹ ਸਹੀ ਕਹਿਣ ਲੱਗ ਜਾਂਦੇ ਨੇ ਵੀ ਨਹੀਂ ਇਹ ਠੀਕ ਆ। ਈਵਨ ਜਿਵੇਂ ਮੈਂ ਇੱਕ ਫਾਰ ਐਗਜ਼ਾਮਪਲ ਜਿਵੇਂ ਇੱਥੇ ਦਰਸ਼ਕਾਂ ਨੂੰ ਸਮਝਾਉਣ ਦੀ ਗੱਲ, ਜਿਵੇਂ ਮੰਨ ਲਓ ਕਿ ਪੈਟਰੋਲ ਦਾ ਪ੍ਰਾਈਸ ਵਧਣਾ ਜਾਂ ਘਟਣਾ ਹੈਗਾ ਤੇ ਡਾਲਰ ਦੇ ਰੇਟ ਤੇ ਵੀ ਡਿਪੈਂਡ ਕਰਦਾ ਹੈਗਾ, ਤੇ ਉਹਦੇ ਕਰਕੇ ਉਹ ਰੇਟ ਕਦੀ ਵੱਧ ਵੀ ਜਾਂਦਾ ਕਦੀ ਘਟ ਵੀ ਜਾਂਦਾ ਹੈਗਾ। ਭਾਰਤੀ ਜਨਤਾ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ। ਜਿਹੜੀ ਵਰਲਡ ਲੈਵਲ ਤੇ ਜਿਹੜੀ ਜੀ ਆਪਣਾ ਫਿਊਲ ਦੀ ਜਿਹੜੀ ਕਾਸਟ ਹੈਗੀ ਆ ਜਾਂ ਕਰੂਡ ਆਇਲ ਦੀ ਅਗਰ ਆਪਾਂ ਲੈ ਲਈਏ, ਉਹਦੀ ਅਗਰ ਕਾਸਟ ਹੈਗੀ ਆ, ਉਹਨੂੰ ਨਾ ਕਾਂਗਰਸ ਕੰਟਰੋਲ ਕਰਦੀ ਆ ਨਾ BJP ਕੰਟਰੋਲ ਕਰਦੀ ਆ। ਅੱਜ ਤੁਸੀਂ ਮਾਰਕੀਟ 'ਚ ਚੀਜ਼ ਲੈਣ ਜਾਂਦੇ ਹੋ ਤੇ ਜੋ ਚੀਜ਼ ਮਾਰਕੀਟ 'ਚ ਜਿਸ ਰੇਟ ਤੇ ਅਵੇਲੇਬਲ ਹੈ ਤੁਹਾਨੂੰ ਉਸੇ ਰੇਟ ਤੇ ਲੈਣੀ ਪੈਂਦੀ ਹੈ। ਪਰ ਇਹ ਹੈਗਾ ਕਿ ਉਹਨੂੰ ਪੋਲੀਟੀਸਾਈਜ਼ ਕਰਕੇ ਜਾਂ ਮਤਲਬ ਪੋਲਿਟਿਕਸ ਦੇ ਵਿੱਚ ਫਾਇਦਾ ਉਠਾਉਣ ਵਾਸਤੇ, ਇੱਕ ਮੁੱਦਾ ਬਣਾਉਣ ਵਾਸਤੇ, ਸਿਆਸੀ ਮੁੱਦਾ ਬਣਾਉਣ ਵਾਸਤੇ ਕਹਿੰਦੇ ਨੇ ਜੀ ਕਾਂਗਰਸ ਨੇ ਵਧਾ ਦਿੱਤੇ ਜਾਂ ਭਾਰਤੀ ਜਨਤਾ ਪਾਰਟੀ ਨੇ ਵਧਾ ਦਿੱਤੇ। ਪਰ ਇਹ ਕੁਝ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਕਿ ਆਊਟ ਆਫ ਕੰਟਰੋਲ ਹੁੰਦੀਆਂ, ਇੰਟਰਨੈਸ਼ਨਲ ਮਾਰਕੀਟ ਤੇ ਡਿਪੈਂਡ ਕਰਦੀਆਂ ਹੈਗੀਆਂ। ਮੈਂ ਇਹਨੂੰ ਭਾਜੀ ਇਸ ਤਰੀਕੇ ਨਾਲ ਕਹਾਂਗਾ ਕਿ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਪਾਰਟੀਆਂ ਨੂੰ ਵੀ ਇਹ ਸਮਝਣਾ ਪਊਗਾ, ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਸਮਝਣਾ ਪਊਗਾ ਕਿ ਹੁਣ ਉਹ ਜ਼ਮਾਨਾ ਆਮ ਜਨਤਾ ਨੂੰ ਬੇਵਕੂਫ ਬਣਾਉਣ ਦਾ ਨਹੀਂ ਰਹਿ ਗਿਆ। ਜਿਹੜੇ ਹੁਣ ਚੀਪ ਔਰ ਜਾਂ ਇਹਨਾਂ ਨੂੰ ਚੀਪ ਕਹਿ ਲਓ ਜਾਂ ਇਹਨਾਂ ਨੂੰ ਬਰਾਉਨੀ ਪੁਆਇੰਟਸ ਕਹਿ ਲਓ, ਜਿਹੜੇ ਸਕੋਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਉੱਥੋਂ ਇਹਨਾਂ ਨੂੰ ਹਟ ਕੇ ਇਹਨਾਂ ਨੂੰ ਪ੍ਰੈਕਟੀਕਲ ਜੋ ਸਿਚੁਏਸ਼ਨ ਹੈਗੀ ਆ ਉਹਨੂੰ ਕਿੱਦਾਂ ਹੈਂਡਲ ਕਰਨਾ ਆ ਜਾਂ ਕਿੱਦਾਂ ਦੇਸ਼ ਨੂੰ ਗਾਂਹ ਵਧਾਉਣਾ ਆ, ਉਹਦੇ ਤੇ ਫੋਕਸ ਹੁਣ ਇਹਨਾਂ ਨੂੰ ਕਰਨਾ ਪੈਣਾ। ਅਗਰ ਇਹ ਦੁਨੀਆ ਦਾ ਧਿਆਨ ਵਟਾਉਣ ਵਾਸਤੇ ਕੁਝ ਵੀ ਕਹਿੰਦੇ ਰਹਿਣ। ਹੁਣ ਇੱਥੇ ਜਿੱਥੇ ਤੁਸੀਂ ਇਹ ਗੱਲ ਕੀਤੀ ਹੈ, ਇੱਕ ਹੋਰ ਬੜਾ ਇੰਟਰਸਟਿੰਗ ਕੇਸ ਹੈਗਾ ਕਿ ਮੋਦੀ ਸਾਹਿਬ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਤੇ ਸਨੂਪਗੇਟ ਸਕੈਂਡਲ ਹੋਇਆ। ਕਾਂਗਰਸ ਲਾਸਟ ਦਿਨਾਂ ਦੇ ਵਿੱਚ ਜਦੋਂ ਇਹ ਜੇ ਇਲੈਕਸ਼ਨ ਸ਼ੁਰੂ ਨਹੀਂ ਸੀ ਹੋਈ ਤੇ ਇਹ ਉਹਦੇ ਵਾਸਤੇ ਕਮਿਸ਼ਨ ਬਿਠਾਉਣਾ ਚਾਹੁੰਦੇ ਸੀਗੇ ਕਿ ਉਹ ਇਨਵੈਸਟੀਗੇਟ ਕੀਤਾ ਜਾਵੇ ਕਿ ਵੀ ਉਹਦੀ ਸੱਚਾਈ ਨਿਕਲੇ ਵੀ ਇਹ ਕੀ ਚੱਕਰ ਸੀਗਾ। ਜਦੋਂ ਅਗਲੇ ਹਫਤੇ ਇਹ ਨਿਊਜ਼ ਆਉਂਦੀ ਹੈ ਜੀ ਕਿ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਆਖਿਆ ਵੀ ਨਹੀਂ ਹੁਣ ਅਸੀਂ ਇਹ ਅਸੀਂ ਪਰਸੂ ਨਹੀਂ ਕਰਾਂਗੇ, ਪੈਂਡਿੰਗ ਕਰਤਾ, ਅਸੀਂ ਪੈਂਡਿੰਗ ਕਰਤਾ ਇਹਨਾਂ ਦੇ, ਜਿਹੜਾ ਨੈਕਸਟ ਸਰਕਾਰ ਆਊਗੀ ਉਹ ਇਹਦੇ ਬਾਰੇ ਡਿਸੀਜਨ ਲਊਗੀ। ਹੁਣ 1.5 ਸਾਲ ਤੋਂ ਮੋਦੀ ਸਾਹਿਬ ਨੇ ਇਹ ਹੇਟ ਕੰਪੇਨ ਚਲਾਈ ਜਾਂ ਟਾਰਗੇਟ ਕੀਤਾ ਬਾਰਡਰਾਂ ਨੂੰ, ਜਮਾਈ ਰਾਜਾ ਕਹਿ ਕੇ, ਕਦੀ ਕੁਛ ਕਹਿ ਕੇ, ਤੇ ਉਹਨਾਂ ਦੇ ਸਕੈਂਡਲਸ ਨੂੰ ਉਹ ਉਜਾਗਰ ਕਰਦੇ ਨੇ। ਅੱਜ BJP ਪਾਵਰ 'ਚ ਆ ਗਈ ਹੈ ਤੇ ਅੱਜ ਕੁਰਸੀ ਤੇ ਬਹਿੰਦਿਆਂ ਸਾਰੀ ਉਹਨਾਂ ਨੇ ਉਹਨਾਂ ਦੇ ਸੀਨੀਅਰ ਨੇਤਾ ਨੇ ਨਾਇਡੂ ਸਾਹਿਬ, ਉਹਨਾਂ ਨੇ ਬਿਆਨ ਦਿੱਤਾ ਬਾਰਡਰਾਂ ਦੇ ਕੇਸ ਦੇ ਵਿੱਚ ਅਸੀਂ ਵਿਚ ਹੰਟਿੰਗ ਨਹੀਂ ਕਰਾਂਗੇ। ਹੁਣ ਮੇਰਾ ਇਹਨਾਂ ਦੋਨਾਂ ਪਾਰਟੀਆਂ ਨੂੰ ਜਿਹੜੀਆਂ ਦੇਸ਼ 'ਚ ਕਾਬਜ ਰਹੀਆਂ ਨੇ, ਚਾਹੇ ਕਦੀ ਕਾਂਗਰਸ ਰਹੀ ਹੈ ਜਾਂ ਮੁੜ ਕੇ BJP ਜਾਂ ਕੋਈ ਇਹਨਾਂ ਦੀ ਡਿਫਰੈਂਟ ਸ਼ੇਪ ਦੇ ਵਿੱਚ ਅਗਰ ਅਪੋਜੀਸ਼ਨ ਅਗਰ ਪਾਵਰ 'ਚ ਆਈ ਹੈ, ਇਹਨਾਂ ਨੇ ਅਗਰ ਇਹ ਮਿਸਲੀਡਿੰਗ ਅਪਰੋਚ ਰੱਖੀ ਆ। ਹੁਣ ਅੱਜ ਐਜ਼ ਏ ਆਰਡੀਨਰੀ ਪਰਸਨ ਅਗਰ ਮੈਂ ਪੁੱਛਾਂ ਕਿ ਅਗਰ ਬਾਰਡਰ ਵਾਕਈ ਕਰਪਟ ਆ ਤੇ ਕਿਉਂ BJP ਉਹਦਾ ਕੇਸ ਪਰਸੂ ਨਹੀਂ ਕਰਨਾ ਚਾਹੁੰਦੀ? ਦੇ ਸ਼ੁਡ ਪਰਸੂ ਇਟ। ਉਹ ਗੱਲ ਮਤਲਬ ਇਹ ਹੈਗਾ ਕਿਤੇ ਨਾ ਕਿਤੇ ਤੇ ਜਿਵੇਂ ਕਹਿੰਦੇ ਨਾ ਕੇਜਰੀਵਾਲ ਵਾਰ-ਵਾਰ ਕਹਿੰਦੇ ਵੀ ਇੱਕ ਹੀ ਚੀਜ਼ ਹੈਗੀ ਅਲਟੀਮੇਟਲੀ। ਬਿਲਕੁਲ ਇਸ ਪੁਆਇੰਟ ਤੇ ਉਹ ਬਿਲਕੁਲ ਸਹੀ ਹੈ ਵੀ ਕਿਤੇ ਨਾ ਕਿਤੇ ਐਂ ਲੱਗਦਾ ਕਿ ਮੈਚ ਫਿਕਸ ਹੈ। ਹਾਂ, ਗੱਲ ਕਰਾਂਗੇ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਵੀ ਜਦੋਂ ਹੁਣ ਇਲੈਕਸ਼ਨ ਹੋਏ ਤੇ ਕਾਫੀ ਕਹਿ ਲਓ ਕਿ ਉਲਥ-ਪੁਲਥ ਹੋਇਆ ਹੈਗਾ ਸਾਰਾ ਕੁਝ, ਜਿਹੜਾ ਅਕਾਲੀਆਂ ਨੂੰ ਖਾਸ ਕਰਕੇ ਬੜਾ ਝਟਕਾ ਲੱਗਿਆ ਵੀ ਯਾਰ ਇਹ ਕੀ ਹੋ ਗਿਆ ਕਿ ਇੰਨੀ ਮੋਦੀ ਲਹਿਰ ਚੱਲੀ ਸੀ ਤੇ ਸਾਡੇ ਇੱਥੇ ਮੋਦੀ ਲਹਿਰ ਦਾ
ਅਸਰ ਨਹੀਂ ਪਿਆ ਤਾਂ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਹਾਂਜੀ ਵੀ ਇਹਦੇ ਜਾਂਚ ਕੀਤੀ ਜਾਏ ਵੀ ਅਸੀਂ ਕਿੱਥੇ ਮਾਰ ਖਾਧੀ ਹੈਗੀ ਇਲੈਕਸ਼ਨਾਂ ਦੇ ਵਿੱਚ, ਤੇ ਉਹਨਾਂ ਨੇ ਜਿਹੜੇ ਸਾਹਮਣੇ ਲੈ ਕੇ ਆਏ ਨੇ ਕਿ ਰੇਤਾ ਬਜਰੀ ਜਾਂ ਟੈਕਸ ਲਾਏ ਜਾਂ ਨਸ਼ੇ ਨੇ ਜਿਹੜੇ ਹੈਗੇ ਉਹਨਾਂ ਨੇ ਸਾਡੀ ਜਿਹੜੀ ਆ ਜ਼ਿਆਦਾ ਇੱਥੇ ਢਾਲ ਆਈ ਹੈਗੇ ਸਾਡੇ ਚੋਣ ਨਤੀਜਿਆਂ ਨੂੰ। ਇਸ ਚੀਜ਼ ਨੂੰ ਤੁਸੀਂ ਕਿੰਨਾ ਕਿ ਮਤਲਬ ਮਾਇਨੇ ਦਿੰਦੇ ਹੈਗੇ ਕਿ ਵਾਕਈ ਇਹੋ ਚੀਜ਼ਾਂ ਨੇ ਜਿਹੜਾ ਹੈਗਾ ਨੁਕਸਾਨ ਪਹੁੰਚਾਇਆ ਅਕਾਲੀ ਦਲ ਨੂੰ? ਨਹੀਂ, ਬਿਲਕੁਲ ਜਿਹੜੇ ਵੀ ਉਹਨਾਂ ਨੂੰ ਹੁਣ ਜਿੰਨੇ ਵੀ ਉਹਨਾਂ ਨੂੰ ਇਹ ਫੀਡਬੈਕ ਦਿੱਤੀ ਹੈ ਬਿਲਕੁਲ ਸਹੀ ਦਿੱਤੀ ਹੈ ਜੀ। ਤੁਸੀਂ ਦੇਖੋ ਕਿ ਅਗਰ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ, ਅਗਰ ਅਸੀਂ ਕਿਸੇ ਵੀ ਐਂਗਲ ਤੋਂ ਅਗਰ ਅਸੀਂ ਕੋਈ ਐਸਾ ਸਟੈਪ ਲਵਾਂਗੇ, ਕੋਈ ਐਸਾ ਡਿਸੀਜਨ ਲਵਾਂਗੇ ਜਿਹਦਾ ਡਾਇਰੈਕਟ ਇੰਪੈਕਟ ਪੈਂਦਾ ਆ ਕਾਸਟ ਦੇ ਉੱਤੇ। ਹੁਣ ਇੱਕ ਆਮ ਜਨਤਾ ਹੈ, ਅਗਰ ਉਹਨਾਂ ਨੇ ਘਰ ਬਣਾਉਣਾ, ਅਗਰ ਉਹਨਾਂ ਨੂੰ ਜਿਹੜੀ ਉਹਨਾਂ ਦੀ ਕਾਸਟ ਆਫ ਕੰਸਟਰਕਸ਼ਨ ਆ ਅਗਰ ਉਹਨਾਂ ਦੀ ਜੇਬ ਤੋਂ ਬਾਹਰ ਚਲੇ ਜਾਂਦੀ ਹੈ ਤੇ ਅਗਲਾ ਕਹਿੰਦਾ ਵੀ ਯਾਰ ਮੈਂ ਇੰਨੇ ਪੈਸਿਆਂ 'ਚ ਘਰ ਨਹੀਂ ਬਣਾ ਸਕਦਾ, ਇਸ ਕਰਕੇ ਮੈਂ ਸ਼ੁਰੂ ਹੀ ਨਾ ਕਰਾਂ। ਪਰ ਉਹ ਪਰੇਸ਼ਾਨ ਰਹਿੰਦਾ ਇਸ ਕਰਕੇ ਕਿ ਵੀ ਉਹਨੇ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜੋ ਰੇਤ ਦਾ ਜਾਂ ਬਜਰੀ ਦਾ ਜੋ ਰੇਟ ਸੀਗਾ, ਜਦੋਂ ਉਹਦੇ ਨਾਲ ਕੰਪੇਅਰ ਕਰਦਾ ਤਾਂ ਇਹ ਦੇਖਦਾ ਵੀ ਵਿਦਨ 3 ਇਅਰਸ ਜਿਸ ਲੈਵਲ ਤੇ ਰੇਟ ਚਲਾ ਗਿਆ। ਔਰ ਰੋਜ਼ ਅਖਬਾਰ ਦੇ ਵਿੱਚ ਕੋਈ ਵੀ ਤੁਸੀਂ ਚੱਕ ਲਓ ਜਾਂ ਪੱਤਰਕਾਰ ਜਿਹੜੇ ਨੇ ਉਹ ਹਾਈਲਾਈਟ ਕਰ ਰਹੇ ਨੇ ਕਿ ਜਿਹੜਾ ਇਹ ਸਕੈਂਡਲ ਚੱਲ ਰਿਹਾ, ਕਬਜ਼ੇ ਕਿਸ ਤਰ੍ਹਾਂ ਹੋ ਰਹੇ ਖਾਨਾਂ ਦੇ ਉੱਤੇ ਤੇ ਜਿਹੜੀਆਂ ਰੇਤਾਂ ਦੇ ਖਾਨਾਂ ਦੇ ਉੱਤੇ। ਹਾਂਜੀ, ਤੇ ਜਿਹੜੀਆਂ ਅਗਰ ਸਿੰਡੀਕੇਟਸ ਬਣ ਕੇ ਤੇ ਮਾਫੀਆ ਜਿਹੜਾ ਆ ਅਗਰ ਉਹਨਾਂ ਨੇ ਪ੍ਰਾਈਸਿਸ ਚੱਕੀਆਂ ਨੇ, ਉਹਦਾ ਅਗਰ ਡਾਇਰੈਕਟ ਇਕਨੋਮੀ ਤੇ ਫਰਕ ਪੈ ਰਿਹਾ ਕਿ ਦੁਨੀਆ ਆਪਣਾ ਜਿਹੜਾ ਪ੍ਰੋਜੈਕਟ ਆ ਉਹਨੂੰ ਡੈਫਰ ਕਰ ਰਹੀ ਹੈ। ਦੂਜੇ ਪਾਸੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਹੈਗੀਆਂ ਨੇ ਉਹਨਾਂ ਨੂੰ ਇਹਨਾਂ ਨੇ ਇਰਰੈਸ਼ਨਲ ਵੇ ਨਾਲ ਟੈਕਸ ਲਾਉਣ ਦੀ ਗੱਲ ਕੀਤੀ ਹੈ, ਜਿਹਦੇ ਤੇ ਕਿ ਸਾਰੇ ਜਿਹੜਾ ਤਬਕਾ ਨਸ਼ਿਆਂ ਨੇ ਵੀ ਬਹੁਤ ਜ਼ਿਆਦਾ ਹੈਗੀ ਹੈ ਮਤਲਬ ਕਹਿ ਲਓ ਕਿ ਅਸਰ ਪਾਇਆ ਹੈ ਇਲੈਕਸ਼ਨ ਦੇ ਵਿੱਚ। ਮੇਰੇ ਖਿਆਲ ਮੇਨ ਮੁੱਦਾ ਹੀ ਜ਼ਿਆਦਾ ਨਸ਼ਿਆਂ ਦਾ ਸੀ, ਕਿਉਂਕਿ ਲੋਕਾਂ ਦੀ ਜਿਵੇਂ ਕਹਿ ਲਓ ਬਜਰੀ ਰੇਤਾ ਦੀ ਮਹਿੰਗਾ ਹੋ ਗਿਆ, ਕੋਈ ਗੱਲ ਨਹੀਂ ਬੰਦਾ ਘਰ ਨਹੀਂ ਬਣਾਏਗਾ, ਪਰ ਇੱਕ ਪਰਿਵਾਰ ਦੇ ਵਿੱਚ ਅਗਰ ਨਸ਼ਾ ਆ ਗਿਆ ਉਹਦਾ ਪਰਿਵਾਰ ਬਰਬਾਦ ਹੋ ਜਾਂਦਾ ਹੈ, ਪਰਿਵਾਰ ਹੀ ਖਤਮ ਹੋ ਗਿਆ, ਘਰ ਬਣਾਉਣ ਦੀ ਤਾਂ ਗੱਲ ਹੀ ਨਹੀਂ ਰਹੀ ਹੈ ਨਾ। ਤੇ ਉਸ ਚੀਜ਼ ਨੇ ਵੀ ਬੜਾ ਕੀਤਾ ਔਰ ਮੈਨੂੰ ਲੱਗਦਾ ਕਿ ਇਹਨਾਂ ਨੇ ਹੁਣ ਸੀਰੀਅਸਲੀ ਉਸ ਚੀਜ਼ ਨੂੰ ਲਿਆ ਵੀ ਹੈਗਾ। ਤੇ ਔਰ ਕਾਫੀ ਹਰਕਤਾਂ ਦੇ ਵਿੱਚ ਪੁਲਿਸ ਆਈ ਹੋਈ ਹੈ, ਥਾਂ ਥਾਂ ਤੇ ਛਾਪੇ, ਜਿਵੇਂ ਹੁਣ ਸਵਰਨ ਸਿੰਘ ਫਲੋਰ ਨੇ ਜਿਹੜਾ ਅਸਤੀਫਾ ਦੇ ਦਿੱਤਾ ਜਾਂ ਉਹਦੇ ਮੁੰਡੇ ਤੇ ਵੀ ਜਿਹੜਾ ਹੈਗਾ, ਉਹਦੇ ਬਾਰੇ ਥੋੜੀ ਜਾਣਕਾਰੀ ਕਿ ਕਿਸ ਤਰ੍ਹਾਂ ਦੇ ਐਕਸ਼ਨ ਇਹ ਲੈ ਰਹੇ ਹੈਗੇ ਨੇ ਕਿ ਜਿਹੜਾ ਹੈਗਾ ਨਸ਼ਿਆਂ ਦੇ ਜਿਹੜੇ ਕਾਰੋਬਾਰ ਤੇ ਜਿਹੜੀ ਇਹ ਠੱਲ ਪਾਈ ਜਾਵੇ। ਪਹਿਲੀ ਗੱਲ ਤੇ ਇਹ ਜੀ ਕਿ ਜਿਹੜਾ ਸਵਰਨ ਸਿੰਘ ਫਲੋਰ ਦਾ ਕੇਸ ਹੈਗਾ, ਮੈਂ ਥੋੜਾ ਜਿਹਾ ਉਹਨੂੰ ਇਸ ਤਰੀਕੇ ਨਾਲ ਲੈਣਾ ਆ ਕਿ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ 3 ਮਹੀਨੇ 4 ਮਹੀਨੇ ਹੋ ਚੁੱਕੇ ਨੇ ਜਦੋਂ ਉਹਨਾਂ ਦਾ ਨਾਂ ਸਾਹਮਣੇ ਆਇਆ ਸੀ। ਉਹਨਾਂ ਨੇ ਅਗਰ ਨੈਤਿਕਤਾ ਦੇ ਆਧਾਰ ਤੇ ਅਗਰ ਰਿਜ਼ਾਈਨ ਕਰਨਾ ਸੀਗਾ ਤੇ ਉਹਨਾਂ ਨੂੰ ਰਾਈਟ ਅਵੇ ਉਦੋਂ ਇਮੀਡੀਏਟਲੀ ਕਰਨਾ ਚਾਹੀਦਾ ਸੀ। ਉਹ 3 ਮਹੀਨੇ ਉਹਨਾਂ ਦੀ ਨੈਤਿਕਤਾ ਕਿੱਥੇ ਰਹੀ? ਚਲੋ ਮੈਂ ਕਹਿੰਦਾ ਜੀ ਦੇਰ ਆਏ ਦੁਰੁਸਤ ਆਏ। ਹੁਣ ਉਹਨਾਂ ਨੇ ਇਹ ਸੋਚਿਆ ਵੀ ਨਹੀਂ, ਉਹਨਾਂ ਤੇ ਪ੍ਰੈਸ਼ਰ ਵੀ ਮਾਊਂਟ ਹੋਇਆ ਪਾਰਟੀ ਵੱਲੋਂ, ਕਿਉਂਕਿ ਉਤੋਂ ਇਲੈਕਸ਼ਨਸ ਦੇ ਜਿਹੜੇ ਰਿਜ਼ਲਟ ਆਏ ਆ ਉਹਨਾਂ ਨੇ ਵੀ ਇਹ ਗੱਲ ਪ੍ਰਤੱਖ ਸਾਹਮਣੇ ਲਿਆ ਦਿੱਤੀ ਕਿ ਅਗਰ ਇਸ ਚੀਜ਼ ਨੂੰ ਅਸੀਂ ਨਹੀਂ ਕੰਟਰੋਲ ਕੀਤਾ ਔਰ ਅਗਰ ਪਬਲਿਕ 'ਚ ਮੈਸੇਜ ਨਹੀਂ ਗਿਆ ਤੇ ਅਸੀਂ ਅਗਲੀ ਵਾਰੀ ਸਾਡੇ ਜਿਹੜੇ ਚਾਂਸਸ ਨੇ ਅਗਲੀ ਵਾਰੀ ਕੀ ਹੁਣ ਜਿਹੜੇ ਕਾਰਪੋਰੇਸ਼ਨਾਂ ਦੇ ਹੋਣੇ ਨੇ, ਮਿਊਨਿਸਪਲ ਕਮੇਟੀਆਂ ਦੇ ਇਲੈਕਸ਼ਨ ਉਹਦੇ 'ਚ ਹੀ ਪਤਾ ਲੱਗ ਉਹਦੇ 'ਚ ਇਹਨਾਂ ਦੀ ਹਾਲਤ ਜਿਹੜੀ ਖਰਾਬ ਹੋ ਜਾਣੀ ਹੈ, ਰਿਜ਼ਲਟਸ ਜਿਹੜੇ ਨੇ ਇਹਨਾਂ ਦੇ ਫੇਵਰ 'ਚ ਨਹੀਂ ਜਾਣੇ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਨੂੰ ਭਲੀ ਭਾਂਤੀ ਸਭ ਕੁਝ ਪਤਾ ਸੀਗਾ। ਇਹਨਾਂ ਨੇ ਇਸ ਲੈਵਲ ਤੱਕ ਅਗਰ ਹਾਲਾਤ ਵਿਗਾੜੇ ਨੇ ਜਾਂ ਵਿਗੜੇ ਨੇ ਤੇ ਉਹਦੇ 'ਚ ਮੈਂ ਪੁਲਿਸ ਨੂੰ ਤਾਂ ਰਿਸਪੌਂਸਿਬਲ ਮੰਨਦਾ ਆ, ਪਰ ਕਿਤੇ ਨਾ ਕਿਤੇ ਫੇਰ ਗੱਲ ਉਹੀ ਆਉਂਦੀ ਹੈ ਜੀ ਕਿ ਜਿੰਨਾ ਚਿਰ ਤੱਕ ਟੌਪ ਤੋਂ ਅਗਰ ਮੈਸੇਜ ਸਹੀ ਨਹੀਂ ਆਉਂਦਾ, ਅੱਜ ਹੁਣ ਟੌਪ ਤੋਂ ਮੈਸੇਜ ਆ ਰਿਹਾ ਤੇ ਉਹੀ ਪੁਲਿਸ ਫੋਰਸ ਜਿਹੜੀ ਹੈ ਉਹ ਐਕਸ਼ਨ 'ਚ ਕੰਮ ਕਰ ਰਹੀ ਹੈ, ਰਿਜ਼ਲਟ ਦਿਖਾ ਰਹੀ ਹੈ। ਈਵਨ ਕਿ ਜਿਵੇਂ ਫਲੋਰ ਤੋਂ ਇੱਕ ਬੜੇ ਸੀਨੀਅਰ ਯੂਥ ਨੇਤਾ ਨੂੰ ਜਿਹੜਾ ਇਹਨਾਂ ਨੇ ਚੱਕਿਆ ਜੀ, ਇੰਟਰੋਗੇਟ ਕੀਤਾ ਆ। ਉਹਦੇ ਦੇਖੋ ਆਉਣ ਵਾਲੇ ਟਾਈਮ 'ਚ ਪਤਾ ਚੱਲੇਗਾ ਕਿ ਉਹਨਾਂ ਨੂੰ ਕਿਸ ਐਂਗਲ ਨਾਲ ਉਹਨਾਂ ਨੇ ਲਿੱਤਾ ਜਾਂ ਕੀ ਉਹ ਤੋਂ ਐਕਸਟਰੈਕਟ ਕੀਤੀ ਇਨਫੋਰਮੇਸ਼ਨ। ਇਹੀ ਮੈਂ ਗੱਲ ਕਰਨਾ ਚਾਹੁੰਦਾ ਕਿ ਅਗਰ ਇਹ ਕਨਸਟੈਂਟ ਅਗਰ ਇਹ ਪ੍ਰੈਸ਼ਰ ਰਹਿੰਦਾ ਤਾਂ ਸਿਚੁਏਸ਼ਨ ਇੱਥੇ ਤੱਕ ਆਣੀ ਨਹੀਂ ਸੀਗੀ। ਪਰ ਹੁਣ ਅਗਰ ਤੁਸੀਂ ਇਲੈਕਸ਼ਨਾਂ ਦੇ ਦੌਰਾਨ ਵੀ ਅਗਰ ਥੋੜਾ ਜਿਹਾ ਇਨਵੈਸਟੀਗੇਟ ਕਰੋ ਤੇ ਰੂਰਲ ਲੈਵਲ ਦੇ ਉੱਤੇ ਇਲੈਕਸ਼ਨਾਂ ਟਾਈਮ ਦੇ ਉੱਤੇ ਦੁਨੀਆ ਨੂੰ ਬੁਲਾ ਕੇ ਫ੍ਰੀ ਦਾਰੂ ਪਿਆਉਣਾ ਤੇ ਭੁੱਕੀ ਦੇਣੀ, ਇਹ ਇਹਨਾਂ ਨੇ ਟ੍ਰੈਂਡ ਹੀ ਬਣਾਤਾ ਸੀਗਾ, ਫੈਸ਼ਨ ਬਣਾਤਾ ਸੀਗਾ ਉੱਥੇ ਦਾ। ਪਰ ਇਸ ਜਿਹੜਾ ਦੇਖੋ ਨਾ ਆਪਾਂ ਸਾਰੇ ਮੀਡੀਆ ਵਾਲੇ, ਅਖਬਾਰਾਂ ਵਾਲੇ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਇਸ ਚੀਜ਼ ਨੂੰ ਰੌਲਾ ਪਾਉਂਦੀਆਂ ਰਹੀਆਂ, ਪਰ ਜਿਹੜੇ ਸੀ ਸਰਕਾਰ ਵੱਲੋਂ ਕਦੀ ਕੋਈ ਬਿਆਨ ਨਹੀਂ ਸੀ ਆਇਆ ਨਸ਼ਿਆਂ ਦੇ ਵਿਰੋਧੀ 'ਚ। ਪਰ ਹੁਣ ਇੱਕ ਪਿੰਡ ਦੇ ਬਾਹਰ ਇੱਕ ਬੋਰਡ ਲਾਤਾ ਉਹਨਾਂ ਨੇ ਵੀ ਇਸ ਪਿੰਡ ਦੇ ਵਿੱਚ ਜੀ ਨਸ਼ਿਆਂ ਦੇ ਵਾਸਤੇ ਬਦਨਾਮ ਹੈ, ਇਸ ਪਿੰਡ 'ਚ ਜਿਹੜਾ ਵੀ ਬੰਦਾ ਜਾਂਦਾ ਧਿਆਨ ਨਾਲ ਜਾਵੇ ਜੀ, ਸਰਕਾਰੀ ਕੈਮਰੇ ਲੱਗੇ ਹੋਏ ਨੇ। ਵੀ ਇਹ ਹਾਲਾਤ ਵਾਕਈ ਉਹ ਬਣ ਗਏ ਜਿਨ੍ਹਾਂ ਦੀ ਇਹ ਸੰਸਥਾਵਾਂ ਜਿਹੜੀਆਂ ਚਿੰਤਾ ਕਰਦੀ ਸੀ ਜਾਂ ਪ੍ਰੈਸ ਚਿੰਤਾ ਕਰਦੀ, ਪਰ ਇਹ ਚੁੱਪ ਕੀਤੇ ਹੋਏ ਸੀ। ਹਾਂਜੀ, ਨਹੀਂ ਇਹ ਮੈਂ ਉਹੀ ਗੱਲ ਆਪਣਾ ਪਿੱਛੇ ਵੀ ਕਿਤੇ ਗੱਲ ਚੱਲ ਰਹੀ ਸੀ, ਮੈਂ ਡਿਸਕਸ ਕਰ ਰਿਹਾ ਸੀਗਾ ਬਈ ਇਹ ਚੀਜ਼ਾਂ ਜੇ ਅਗਰ ਆਮ ਬੰਦਿਆਂ ਨੂੰ ਪਤਾ ਨੇ
ਜੇ ਤੁਹਾਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ, ਤੇ ਜਿਨ੍ਹਾਂ ਦਾ ਕੰਮ ਹੈ ਇਹ ਪਤਾ ਕਰਨਾ ਵੀ ਕੀ ਹੋ ਰਿਹਾ ਹੈ, ਤੇ ਇਹ ਤੇ ਨਹੀਂ ਹੈਗਾ ਵੀ ਉਹਨਾਂ ਨੂੰ ਇਹ ਗੱਲਾਂ ਪਤਾ ਨਹੀਂ ਸੀਗੀਆਂ। ਦੇ ਵੈਰੀ ਵੈਲ ਨਿਊ ਇਟ ਕਿ ਕੀ ਹੋ ਰਿਹਾ ਹੈ ਔਰ ਕਿੱਦਾਂ ਹੋ ਰਿਹਾ। ਔਰ ਇਸੇ ਕਰਕੇ ਕਿਤੇ ਨਾ ਕਿਤੇ ਇਹ ਗੱਲ ਪ੍ਰਤੱਖ ਸਾਹਮਣੇ ਆ ਜਾਂਦੀ ਹੈ ਕਿ ਜਿੰਨਾ ਚਿਰ ਤੱਕ ਕਿਸੇ ਟੌਪ ਦੇ ਪਾਵਰਫੁਲ ਪਰਸਨ ਦਾ ਇਸ ਸਾਰੇ ਸਿੰਡੀਕੇਟ ਦੇ ਵਿੱਚ, ਚਾਹੇ ਉਹ ਡਰੱਗਸ ਨੂੰ ਲੈ ਕੇ ਆ ਜਾਂ ਐਲਕੋਹਲ ਨੂੰ ਲੈ ਕੇ ਆ, ਅਗਰ ਇਨਵੋਲਵਮੈਂਟ ਨਾ ਹੋਵੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਨਪ ਨਹੀਂ ਸਕਦੀਆਂ। ਹੁਣ ਮਜ਼ੇਦਾਰ ਗੱਲ ਤਾਂ ਉਦੋਂ ਨਾ ਸਾਹਮਣੇ ਆਊਗੀ ਅਗਰ ਜਿਹੜੇ ਟੌਪ ਦੇ ਕੋਈ ਬੰਦੇ ਅਗਰ ਇਹ ਫੜ ਕੇ 4 ਅੰਦਰ ਕਰਨ, ਉਹਨਾਂ ਤੇ ਜੈਨੂਅਨਲੀ ਕੇਸ ਲਾਣ, ਫਿਰ ਤਾਂ ਫਿਰ ਤੇ ਐਕਸਰਸਾਈਜ਼ ਹੈਗੀ ਆ ਇਹ ਜੈਨੂਅਨ। ਪਰ ਇਹ ਡਿਪੈਂਡ ਕਰਦਾ ਕਿ ਉਹ ਜਿਹੜਾ ਐਕਸ਼ਨ ਕਰਨ ਵਾਲੇ ਜਿਹਨੇ ਡਿਸੀਜਨ ਲੈਣਾ ਹੈਗਾ ਉਹ ਆਪ ਕਿੰਨਾ ਕਿ ਇਸ ਦੁੱਧ ਧੋਤਾ ਹੈਗਾ, ਹਾਂ ਕਿੰਨਾ ਸਿੰਸੀਅਰ ਹੈ ਜੀ। ਜਿਵੇਂ ਪਿੱਛੇ ਜੀ ਸ਼ਸ਼ੀਕਾਂਤ ਹੋਰਾਂ ਨੇ ਕੁਝ ਮੰਤਰੀਆਂ ਦੇ ਨਾਂ ਲਏ ਸੀ ਵੀ ਇਹ ਜੇ ਕਾਰੋਬਾਰ 'ਚ ਇਨਵੋਲਵ ਹੈਗੇ, ਨਸ਼ਿਆਂ ਦੇ ਕਾਰੋਬਾਰ 'ਚ, ਇੱਦਾਂ ਪੁਲਿਸ ਵਾਲਿਆਂ ਦਾ ਸੀ। ਹੁਣ ਸੁਖਬੀਰ ਬਾਦਲ ਹੋਰਾਂ ਨੇ ਸਪੈਸ਼ਲੀ ਇੱਕ ਜਿਹੜੀ ਹੈਗੀ ਹੈ ਉਹਨਾਂ ਨੇ ਕਮੇਟੀ ਬਣਾਈ ਹੈ, ਬੜੇ IG ਲੈਵਲ ਦੇ ਸੀਨੀਅਰ 3 ਪੁਲਿਸ ਅਫਸਰ ਹੈਗੇ ਨੇ, ਉਹਨਾਂ ਨੂੰ ਲੈ ਕੇ ਪੁਲਿਸ ਵਾਲੇ ਜਿਹੜੇ ਹੈਗੇ ਨੇ ਕਿਹੜੇ ਬੰਦੇ ਇਨਵੋਲਵ ਹੈਗੇ ਨੇ, ਲੱਗਦਾ ਕਿ ਉਹ ਕੋਈ ਕਮੇਟੀ ਕੁਝ ਕੱਢੇਗੀ ਜਾਂ ਵਾਕਈ ਕੁਝ ਸਾਹਮਣੇ ਆਏਗਾ? ਨਹੀਂ, ਮੈਂ ਬਹੁਤਾ ਮੱਛੀਆਂ ਨਹੀਂ ਫੜਨ ਦੇ ਜ਼ਿਆਦਾ ਨਹੀਂ। ਹਾਂਜੀ ਬਿਲਕੁਲ ਉਹੀ ਗੱਲ ਹੈ ਜੀ। ਮੈਂ ਤਾਂ ਇਹਨੂੰ ਜਸਟ ਇੱਕ ਆਈ ਵਾਸ਼ ਕਹੂੰਗਾ ਐਕਸਰਸਾਈਜ਼, ਕਿਉਂਕਿ ਅਗੇਨ ਇਹ ਜਿਹੜੀਆਂ ਕਮੇਟੀਆਂ ਬਣਨੀਆਂ ਨੇ, ਪਤਾ ਨਹੀਂ ਉਹ 3 ਸਾਲਾਂ ਨੂੰ ਆਪਣੀ ਫਾਈਂਡਿੰਗ ਦਿੰਦੀ ਹੈ ਜਾਂ 6 ਨੂੰ ਦਿੰਦੀ ਹੈ, ਜਾਂ ਉਹ ਛੋਟੀ ਜੀ ਰਿਪੋਰਟ ਅਗਰ ਦਿੰਦੀ ਹੈ ਤੇ ਉਹ ਦੁਨੀਆ ਨਾਲ ਸਾਂਝੀ ਵੀ ਕੀਤੀ ਜਾਂਦੀ ਹੈ ਕਿ ਨਹੀਂ ਕੀਤੀ ਜਾਂਦੀ, ਕਿਉਂਕਿ ਪਿਛਲਾ ਜੋ ਇੰਡੀਆ 'ਚ ਰੈਕਡ ਹੈਗਾ। ਸ਼ਸ਼ੀਕਾਂਤ ਦੀ ਵੀ ਗੱਲ ਕਰੀ, ਉਹ ਵੀ ਕਹਿੰਦੇ ਮੈਂ ਕਈ ਵਾਰ ਲਿਸਟਾਂ ਬਣਾ ਕੇ ਦਿੱਤੀਆਂ ਵੀ ਫਲਾਣਾ ਮੰਤਰੀ ਫਲਾਣਾ, ਤਾਂ ਵੀ ਉਹ ਕੋਈ ਐਕਸ਼ਨ ਨਹੀਂ। ਔਰ ਦੇਖਿਆ ਜਾਵੇ ਤੇ ਉਹ ਕੋਈ ਛੋਟੀ ਹਸਤੀ ਨਹੀਂ ਹੈ ਜੀ। ਸ਼ਸ਼ੀਕਾਂਤ ਜੀ ਇੰਨੇ ਸੀਨੀਅਰ IPS ਆਫਿਸਰ ਰਿਟਾਇਰ ਅਗਰ ਹੋਏ ਆ ਜਾਂ ਸਾਰਾ ਕੁਝ ਹੈ, ਤੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਆ, ਹਰ ਚੀਜ਼ ਦੇ ਜਿੰਨੇ ਚਿਰ ਐਕਸ਼ਨ ਨਹੀਂ ਹੁੰਦਾ, ਵਿਲ ਪਾਵਰ ਸਾਹਮਣੇ ਨਹੀਂ ਆਉਂਦੀ, ਜੇ ਤੁਹਾਡੀ ਤਸੱਲੀ ਨਹੀਂ ਹੈਗੀ ਵੀ ਹਾਂ ਨਹੀਂ ਜੀ ਨਹੀਂ। ਮੈਂ ਸਟਰੋਂਗਲੀ ਇਸ ਗੱਲ ਨੂੰ ਕਹੂੰਗਾ ਕਿ ਜਿੰਨਾ ਚਿਰ ਤੱਕ ਜੀ ਟੌਪ ਮੁੱਢ ਜਿੱਥੋਂ ਇਹ ਪ੍ਰੋਬਲਮ ਚੱਲ ਰਹੀ ਆ, ਜਿੰਨਾ ਚਿਰ ਤੱਕ ਉਹ ਮੁੱਢ ਨਹੀਂ ਖਤਮ ਹੁੰਦਾ, ਤੇ ਥੱਲਿਓਂ ਇੱਕ ਸਬ ਇੰਸਪੈਕਟਰ, 2 DSP, 3 SP ਅਗਰ ਉਹ ਫੜ ਕੇ ਸਸਪੈਂਡ ਵੀ ਕਰਤੇ ਜਾਂਦੇ ਨੇ ਜਾਂ ਉਹਨਾਂ ਨੂੰ ਡਿਸਮਿਸ ਵੀ ਕਰਤਾ ਜਾਂਦਾ ਹੈ, ਤੇ ਇੱਕ ਜਸਟ ਜਨਤਾ ਦੇ ਸਾਹਮਣੇ ਇੱਕ ਲਿਪਾ ਪੋਤੀ ਆ। ਇਸ ਤੋਂ ਇਲਾਵਾ ਮੈਂ ਇਹਨੂੰ ਕੁਝ ਨਹੀਂ ਮੰਨਦਾ। ਇੱਕ DSP ਨੂੰ ਉਹਨਾਂ ਨੇ ਕੀਤਾ ਵੀ। ਇੱਕ ਹੋਰ ਜਿਵੇਂ ਛੋਟੀਆਂ ਚੀਜ਼ਾਂ ਨੂੰ ਲੈ ਕੇ, ਜਿਵੇਂ ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਰਾਜ ਖੜੇ ਕਰਕੇ ਜਿਹੜੇ ਸ਼ਰਾਬ ਵਾਲੇ ਕਰਿੰਦੇ ਹੈਗੇ ਨੇ ਉਹ ਗੱਡੀਆਂ ਸਰਚ ਕਰਦੇ ਸੀਗੇ, ਕਰਦੇ ਵੀ ਤੁਹਾਡੇ ਕੋਲ ਵਿਸਕੀ ਦੀ ਚੰਗਾ ਭਲਾ ਬੰਦਾ ਭਾਵੇਂ ਪੀਂਦਾ ਹੋਵੇ ਭਾਵੇਂ ਨਾ ਪੀਂਦਾ ਹੋਵੇ, ਤਾਂ ਉਦਾਂ ਵੀ ਉਹਨੂੰ ਵੀ ਹੈ ਨਾ ਕਰਦੇ। ਇਸੇ ਤਰ੍ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਕਹਿੰਦੇ ਜਿਹੜੇ ਉਹ ਵਰਕ ਲੈ ਕੇ ਵੀ ਪਰਮਿਟ ਲੈ ਕੇ ਵੀ ਜਿਹੜੇ ਹੈਗੇ ਨੇ ਮੈਰਿਜ ਪੈਲੇਸ ਦੇ ਵਿੱਚ ਜਿਹੜਾ ਪਰੇਸ਼ਾਨ ਕੀਤੇ, ਉਹਦੇ ਅਗੇਂਸਟ ਵੀ ਜਿਹੜਾ ਆਰਡਰ ਪਾਸ ਕੀਤਾ ਕੋਈ ਵੀ ਕਰਿੰਦਾ ਜਿਹੜਾ ਜਾ ਕੇ ਮੈਰਿਜ ਪੈਲੇਸ ਵਿੱਚ ਖੁਦ ਜਿਹੜਾ ਹੈਗਾ ਸ਼ਰਾਬ ਦੇ ਠੇਕੇਦਾਰ ਦਾ ਜਿਹੜਾ ਕਰਿੰਦਾ ਹੈਗਾ ਉਹ ਨਹੀਂ ਸਰਚ ਕਰ ਪਾਏਗਾ। ਇਹਦਾ ਮਤਲਬ ਕਿਤੇ ਨਾ ਕਿਤੇ ਪਰੇਸ਼ਾਨੀ ਤੇ ਲੋਕਾਂ ਨੂੰ ਹੈ ਸੀ, ਇਹਨਾਂ ਨੂੰ ਪਤਾ ਵੀ ਸੀ, ਤੇ ਹੁਣ ਇਹ ਐਕਸ਼ਨ ਲੈ ਰਹੇ ਨਹੀਂ। ਬਿਲਕੁਲ ਜੀ। ਚਲੋ ਮੈਂ ਕਹਿੰਦਾ ਜੀ ਇਹਨਾਂ ਨੇ ਲਾਅ ਤਾਂ ਬਣਾਇਆ ਹੈ, ਪਰ ਆਪਣਾ ਭਾਜੀ ਸ਼ੁਰੂ ਤੋਂ ਲਾਅ ਹਮੇਸ਼ਾ ਹੀ ਇੰਡੀਆ 'ਚ ਬਹੁਤ ਅਵੇਲੇਬਲ ਰਹੇ ਨੇ। ਗੱਲ ਤਾਂ ਇਹ ਹੈ ਵੀ ਤੁਹਾਡੀ ਨੀਅਤ ਹੈ ਇੰਪਲੀਮੈਂਟ ਕਰਨ ਦੀ। ਹੁਣ ਅੱਜ ਇਹ ਲਾਅ ਤਾਂ ਬਣਾਤਾ, ਦੁਨੀਆ ਨੂੰ ਖੁਸ਼ ਕਰਤਾ, ਤੁਸੀਂ ਵੀ ਖੁਸ਼ ਹੋ, ਮੈਂ ਵੀ ਖੁਸ਼ ਹਾਂ ਵੀ ਚਲੋ ਇੰਨੀ ਦੇਰ ਦਾ ਰੌਲਾ ਪੈ ਰਿਹਾ ਸੀਗਾ ਵੀ ਚਲੋ ਐਟਲੀਸਟ ਠੱਲ ਪਏਗੀ। ਜਿਹੜੇ ਬੰਦੇ ਇਹ ਬੈਡ ਐਲੀਮੈਂਟਸ ਜਾ ਕੇ ਉੱਥੇ ਦੁਨੀਆ ਦੇ ਵਿਆਹ ਦਾ ਮਾਹੌਲ ਬਣਿਆ ਹੁੰਦਾ ਸੀਗਾ, ਤੇ ਜਾ ਕੇ ਕਹਿੰਦੇ ਸੀ ਵੀ ਤੁਸੀਂ ਦੱਸੋ ਜੀ ਤੁਸੀਂ ਵਿਸਕੀ ਕਿੱਥੋਂ ਲੈ ਕੇ ਆਏ ਹੋ, ਤੁਸੀਂ ਪ੍ਰੂਫ ਦਿਓ, ਤੁਸੀਂ ਇੱਥੋਂ ਕਿਉਂ ਨਹੀਂ ਲਿੱਤੀ, ਉੱਥੋਂ ਕਿਉਂ ਲਿੱਤੀ ਆ, ਤੇ ਉਹ ਸਾਰਾ ਨਕਸ਼ਾ ਬਦਲਦਾ ਸੀ। ਇਹਦੇ 'ਚ ਮੈਂ ਇੱਕ ਗੱਲ ਜੋੜਨਾ ਚਾਹਾਂਗਾ ਕਿ ਜਿਵੇਂ ਉਹਨਾਂ ਨੇ ਇਹ ਇੰਨਾ ਜ਼ਿਆਦਾ ਸਟ੍ਰਿਕਟ ਬਣਾਇਆ ਇਸ ਚੀਜ਼ ਨੂੰ ਵੀ ਅਗਰ ਕੋਈ ਵੀ ਤੁਹਾਨੂੰ ਵਿਆਹ 'ਚ ਆ ਕੇ ਪਰੇਸ਼ਾਨ ਕਰਦਾ ਹੈਗਾ, ਤੁਸੀਂ ਫਲਾਣੀ ਈਮੇਲ ਤੇ ਐਕਸਾਈਜ਼ ਡਿਪਾਰਟਮੈਂਟ ਦੀ ਈਮੇਲ ਵੀ ਦਿੱਤੀ ਉਹਨਾਂ ਨੇ, ਤੁਸੀਂ ਈਮੇਲ ਤੇ ਭੇਜ ਦਿਓ। WhatsApp ਦਾ ਉਹਨਾਂ ਨੇ ਇੱਕ ਫ਼ੋਨ ਨੰਬਰ ਵੀ ਦਿੱਤਾ ਵੀ ਫੋਟੋ ਖਿੱਚੋ ਬੰਦੇ ਦੀ, ਵੀ ਜਿਹੜਾ ਤੁਹਾਨੂੰ ਪਰੇਸ਼ਾਨ ਕਰਦਾ ਵਿਆਹ ਸ਼ਾਦੀ 'ਚ ਆ ਕੇ ਸ਼ਰਾਬ ਨੂੰ ਲੈ ਕੇ ਫੋਟੋ ਖਿੱਚੋ ਤੇ ਸਾਨੂੰ ਸੈਂਡ ਕਰ ਦਿਓ ਉਸੇ ਵੇਲੇ। ਪਰ ਮੈਂ ਇੱਥੇ ਦੱਸਿਆ, ਮੈਂ ਪਿੱਛੇ ਜੀ ਪੰਜਾਬ ਦੇ ਵਿੱਚ ਗਿਆ ਤਾਂ ਉੱਥੇ ਬੱਸ 'ਚ ਲਿਖਿਆ ਹੋਇਆ ਸੀ ਕਿ ਜੇ ਡਰਾਈਵਰ ਜਿਹੜਾ ਹੈਗਾ ਵੀ ਜੇ ਉਹ ਬੱਸ ਚਲਾਉਂਦਾ ਹੋਇਆ ਫੋਨ ਕਰਦਾ, ਸਾਰੀਆਂ ਬੱਸਾਂ 'ਚ ਲਿਖ ਕੇ ਉਹਨਾਂ ਨੇ ਲਾਇਆ ਹੋਇਆ ਤੇ ਤੁਸੀਂ ਇਸ ਨੰਬਰ ਤੇ ਕਾਲ ਕਰੋ, ਤੇ ਉਹ ਵਾਕਈ ਉਹ ਡਰਾਈਵਰ ਨਾਲ ਕਾਲ ਕਰੀ ਜਾ ਰਿਹਾ 5-7-10 ਮਿੰਟ ਮੈਂ ਦੇਖਿਆ। ਫਿਰ ਮੈਂ ਸੋਚਿਆ ਚੱਲ ਮੈਂ ਹੀ ਕਰ ਦੇਣਾ ਕਾਲ, ਮੈਂ ਕੈਨੇਡਾ ਤੋਂ ਆਇਆ, ਤੁਹਾਨੂੰ ਪਤਾ ਇੱਥੇ ਤੇ ਲੋਕੀ ਝੱਟ ਸ਼ਿਕਾਇਤ ਕਰ ਦਿੰਦੇ। ਉਹ ਮੈਂ ਕਾਲ ਕੀਤੀ, ਉਹ ਨੰਬਰ ਹੀ ਨਹੀਂ ਕਿਸੇ ਨੇ ਚੱਕਿਆ ਹੈਗਾ। ਸੋ ਦੈਟ ਮੀਨਸ ਕਿ ਕਿਤੇ WhatsApp ਦਾ ਨੰਬਰ ਦਿੱਤਾ ਉਹਦਾ ਹਾਲ ਇਹੋ ਜਿਹਾ ਨਾ ਹੋਵੇ, ਜੇ ਪ੍ਰੈਕਟੀਕਲੀ ਨੀਅਤ ਨਾ ਹੋਵੇ ਕਰਨ ਦੀ, ਉਨੇ ਚਿਰ ਮੈਨੂੰ ਲੱਗਦਾ ਵੀ ਨਹੀਂ ਇਹ ਕਰ ਪਾਉਣਗੇ। ਹਾਂਜੀ ਨਹੀਂ, ਮੈਂ ਤਾਂ ਜੀ ਬਹੁਤ ਇਸ ਗੱਲ ਨੂੰ ਸਟਰੋਂਗਲੀ ਲੈਂਦਾ ਆ ਕਿ ਅਗਰ ਤੁਹਾਡੀ ਨੀਅਤ ਨਹੀਂ ਹੈਗੀ ਕਿ ਤੁਸੀਂ ਕੰਮ ਨਹੀਂ ਕਰਨਾ,
ਤੇ ਹਾਊ ਨਾਟ ਟੂ ਡੂ ਯੋਰ ਜੌਬ, ਤੇ ਤੁਹਾਡੇ ਕੋਲ 36000 ਰੀਜ਼ਨਸ ਨੇ, 36000 ਜਿੰਨੇ ਮਰਜ਼ੀ ਲਾਅ ਤੁਸੀਂ ਬਣਾਏ ਆ। ਜਦੋਂ ਤੁਹਾਡਾ ਮੂਡ ਹੀ ਨਹੀਂ ਹੈ ਕੰਮ ਕਰਨ ਦਾ, ਤੁਸੀਂ ਕਰਨਾ ਹੀ ਨਹੀਂ, ਉਸ ਪਾਸੇ ਆਣਾ ਹੀ ਨਹੀਂ, ਤੇ ਤੁਸੀਂ ਦੁਨੀਆ ਨੂੰ ਜੋ ਮਰਜ਼ੀ ਤਮਾਸ਼ਾ ਦਿਖਾਈ ਜਾਓ। ਚਲੋ ਫਿਰ ਵੀ ਆਪਾਂ ਇਸ ਚੀਜ਼ ਦੀ ਆਸ ਕਰਨੇ ਵੀ ਥੋੜੀ ਹਿਲਜੁਲ ਹੋਈ ਹੈ, ਇਹ ਕੰਟੀਨਿਊ ਰਹੇਗੀ। ਸ਼ਾਇਦ ਲੋਕਾਂ ਦੇ ਵਿੱਚ ਜਾਗਰਤੀ ਜਿਹੜੀ ਆਣੀ ਬਹੁਤ ਜ਼ਰੂਰੀ ਹੈ। ਲੋਕੀ ਜਵਾਬ ਮੰਗਣ ਸਰਕਾਰਾਂ ਕੋਲੋਂ, ਭਾਵੇਂ ਵੋਟਾਂ ਦੇ ਟਾਈਮ ਤੇ ਜਾਂ ਵੋਟਾਂ ਤੋਂ ਬਾਅਦ 'ਚ, ਫਿਰ ਹੀ ਜਿਹੜਾ ਇਹਦਾ ਕੁਝ ਨਤੀਜਾ ਸਾਹਮਣੇ ਆਵੇਗਾ। ਪਰ ਪੰਜਾਬ ਦੀ ਆਪਾਂ ਗੱਲ ਕਰ ਰਹੇ ਹੈਗੇ ਆ, ਪੰਜਾਬ ਦੇ ਲੋਕੀ ਥੋੜੇ ਜਿਹੇ ਬਾਕੀ ਆਪਾਂ ਕਹਿ ਲਈਏ ਥੋੜੇ ਜਿਹੇ ਜਾਗਰਤ ਹੈਗੇ ਨੇ ਬਾਕੀ ਸਟੇਟਾਂ ਦੇ ਨਾਲੋਂ। ਇਸ ਦੇ ਕਰਕੇ ਆਮ ਆਦਮੀ ਪਾਰਟੀ ਦੇ ਵੀ ਉੱਥੇ ਆਧਾਰ ਬਣਿਆ। ਅਰਵਿੰਦ ਕੇਜਰੀਵਾਲ ਫਿਰ ਦੁਬਾਰਾ ਪੰਜਾਬ ਦੇ ਵਿੱਚ ਆਏ ਨੇ, ਉਹਨਾਂ ਨੂੰ ਕੋਈ ਸੰਭਾਵਨਾਵਾਂ ਲੱਗੀਆਂ, ਉੱਥੇ 2-4 ਦਿਨ ਰਹਿਣਗੇ, ਦੇਖਣਗੇ, ਗੱਲਾਂ ਬਾਤਾਂ ਕਰ ਰਹੇ ਹੈਗੇ ਨੇ ਕੀ ਹੋਏਗਾ। ਪਰ ਇੱਕ ਬਿਆਨ ਉਹਨਾਂ ਨੇ ਇਹ ਦਿੱਤਾ ਕਿ ਅਗਲੀ ਸਰਕਾਰ ਪੰਜਾਬ ਦੇ ਵਿੱਚ ਸਟੇਟ ਦੀ ਸਰਕਾਰ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਹੋਏਗੀ। ਇਹਦੇ ਵਿੱਚ ਤੁਹਾਨੂੰ ਕਿੰਨੀਆਂ ਸੰਭਾਵਨਾਵਾਂ ਲੱਗਦੀਆਂ ਨੇ? ਮੈਂ ਇਹ ਗੱਲ ਕਹੂੰਗਾ ਜੀ, ਕੇਜਰੀਵਾਲ ਸਾਹਿਬ ਨੂੰ ਇੱਕ ਲਾਈਫ ਲਾਈਨ ਕਹਿ ਲਓ ਵੀ ਮਿਲੀ ਹੈ ਪੰਜਾਬ ਤੋਂ, ਤੇ ਇਸ ਅਪਰਚੂਨਿਟੀ ਦਾ ਉਹਨਾਂ ਨੂੰ ਫਾਇਦਾ ਚੱਕਣਾ ਚਾਹੀਦਾ। ਔਰ ਇਸ ਵੇਲੇ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਹੈ ਪੰਜਾਬ ਦੀ, ਇਸ ਤੋਂ ਵਧੀਆ ਅਪਰਚੂਨਿਟੀ ਮੇਰਾ ਖਿਆਲ ਹੈ ਕਿ ਨਾ ਪਹਿਲਾਂ ਸੀ, ਨਾ ਆਮ ਆਦਮੀ ਪਾਰਟੀ ਨੂੰ ਮਿਲਣੀ ਹੈ। ਨਾ ਆਮ ਆਦਮੀ ਪਾਰਟੀ ਨੂੰ ਮਿਲਣੀ, ਨਾ ਮੈਨੂੰ ਲੱਗਦਾ ਪੰਜਾਬ ਨੂੰ ਮਿਲਣੀ ਹੈ ਜੀ। ਔਰ ਅਗਰ ਇਹਨਾਂ ਨੇ ਕਲੀਨ ਇਮੇਜ ਵਾਲੇ ਬੰਦੇ, ਜਿਸ ਤਰ੍ਹਾਂ ਇਹ ਹੁਣ ਉਤਾਰੇ ਸੀਗੇ ਜਿਹੜੇ MP ਬਣੇ ਨੇ, ਇਸੇ ਤਰੀਕੇ ਨਾਲ ਅਗਰ ਇਹ ਆਪਣੀ ਜਿਹੜੀ ਸਭ ਤੋਂ ਪਹਿਲਾਂ ਕੈਂਡੀਡੇਟਸ ਦੀ ਸਿਲੈਕਸ਼ਨ, ਉਹਦੇ ਤੇ ਬਹੁਤ ਇਹਨਾਂ ਨੂੰ ਧਿਆਨ ਨਾਲ ਫੋਕਸ ਕਰਨਾ ਪੈਣਾ। ਦੂਸਰੀ ਗੱਲ ਇਹ ਹੈਗੀ ਹੈ ਕਿ ਉਹ ਇਹ ਸਾਰੀ ਕਾਰਵਾਈ ਤੋਂ ਪਹਿਲਾਂ ਹਰ ਸ਼ਹਿਰ 'ਚ ਜਾ ਕੇ, ਮਤਲਬ ਮੈਂ ਤਾਂ ਕਹੂੰਗਾ ਕਿ ਬੂਥ ਲੈਵਲ ਤੇ, ਜਿੱਦਾਂ ਹੁਣ ਇਹਨਾਂ ਨੇ ਬਿਆਨ ਦਿੱਤੇ ਕਿ ਅਸੀਂ ਆਪਣੀਆਂ ਕਮੇਟੀਆਂ ਬਣਾਉਣੀਆਂ ਨੇ ਤੇ ਮਹੱਲਾ ਕਮੇਟੀਆਂ ਬਣਾਉਣੀਆਂ ਨੇ, ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਅਲਟੀਮੇਟਲੀ ਕਿਤੇ ਨਾ ਕਿਤੇ ਜਿਹੜੀਆਂ ਵੋਟਸ ਨੇ ਉਹਨਾਂ ਨੂੰ ਆਪਣੇ ਫੇਵਰ 'ਚ ਕਨਵਰਟ ਕਰਾਉਣ ਵਾਸਤੇ ਤੁਹਾਡੇ ਕੋਲ ਇੱਕ ਨੈਟਵਰਕ ਹੋਣਾ ਚਾਹੀਦਾ, ਜਿਹੜਾ ਉਹ ਪੂਰਾ ਆਪਣਾ ਕਰੇ, ਇਸ ਗੱਲ ਨੂੰ ਦੇਖੇ ਕਿ ਉਹ ਐਕਚੁਅਲ 'ਚ ਵੋਟਸ ਕਨਵਰਟ ਹੋ ਜਾਣ। ਅਗਰ ਇਹ ਆਪਣੇ ਮਿਸ਼ਨ ਜੋ ਲੈ ਕੇ ਚੱਲੇ ਸੀ, ਅਗਰ ਉਹਨੂੰ ਦੁਨੀਆ ਤੱਕ ਪਹੁੰਚਾ ਦਿੰਦੇ ਨੇ, ਤੇ ਮੈਂ ਤਾਂ ਇਹ ਕਹੂੰਗਾ ਵੀ ਉਹਨਾਂ ਨੇ ਕਾਫੀ ਪੋਜ਼ਿਟਿਵ ਗੱਲ ਕੀਤੀ ਹੈ ਵੀ ਅਗਲੀ ਸਰਕਾਰ ਬਣੇਗੀ ਔਰ ਬਣ ਸਕਦੀ ਹੈ। ਜਿਹੜੇ ਦੁਨੀਆ ਇਸ ਵੇਲੇ ਜਨਤਾ ਹੈਗੀ ਪੰਜਾਬ ਦੀ, ਉਹ ਕਾਂਗਰਸ ਤੋਂ ਵੀ ਫਰਸਟ੍ਰੇਟਡ ਹੈ ਤੇ BJP ਅਕਾਲੀ ਦਲ ਤੋਂ ਵੀ ਫਰਸਟ੍ਰੇਟਡ ਹੈ। ਇੱਕ ਜਿਹੜੀ ਮੈਨੂੰ ਉਹਨਾਂ ਦੀ ਪੋਜ਼ਿਟਿਵ ਚੀਜ਼ ਇਹ ਲੱਗੀ ਹੈਗੀ ਹੈ ਕਿ ਜਿਵੇਂ ਮਹੱਲਾ ਕਮੇਟੀਆਂ ਬਣਾਉਣ ਦੀ ਗੱਲ ਉਹਨਾਂ ਨੇ ਕੀਤੀ ਹੈਗੀ ਹੈ, ਤੇ ਕਿਉਂਕਿ ਆਪਾਂ ਪਿੱਛੇ ਨੋਟ ਕੀਤਾ, ਫੋਨ ਤੇ ਗੱਲਾਂ ਵੀ ਹੁੰਦੀਆਂ ਸੀ ਪੰਜਾਬ 'ਚ ਜਾਂ ਖਬਰਾਂ ਵੀ ਆਉਂਦੀਆਂ ਕਿ ਲੇਡੀਜ਼ ਜਿਹੜੀਆਂ ਸੀ ਉਹ ਬੜੀਆਂ ਹੱਕ 'ਚ ਸੀ ਆਮ ਆਦਮੀ ਪਾਰਟੀ ਦੇ, ਵੀ ਉਹਦਾ ਕਾਰਨ ਇਹ ਸੀ ਕਿ ਉਹ ਨਸ਼ਿਆਂ ਤੋਂ ਬੜੀਆਂ ਤੰਗ ਸੀ। ਉਹ ਸੋਚਦੀਆਂ ਵੀ ਇਹ ਸਾਡਾ ਕੁਝ ਭਲਾ ਕਰ ਪਾਉਣਗੇ, ਜਿਹੜੇ ਨਸ਼ੇ ਨਹੀਂ ਵੰਡਦੇ ਜਾਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਵੀ ਕਰਦੇ ਹੈਗੇ ਨੇ। ਤੇ ਉਹਨਾਂ ਨੇ ਕੀ ਕੀਤਾ ਕਿ ਮਤਲਬ ਇੱਕ ਉਹ ਕਹਿੰਦੇ ਮਰਦ ਜੇ ਲਿਆ ਜਾਏਗਾ ਤੇ ਨਾਲ ਹੀ ਉਹਦੇ ਬਰਾਬਰ ਉਨੀਆਂ ਔਰਤਾਂ ਵੀ ਕਮੇਟੀ ਦੇ ਵਿੱਚ ਲਈਆਂ ਜਾਣਗੀਆਂ, ਬਰਾਬਰ ਹੀ ਉਹਨਾਂ ਨੂੰ ਰੱਖਿਆ ਜਾਵੇਗਾ। ਤੇ ਮੈਨੂੰ ਲੱਗਦਾ ਇਸ ਜਿਹੜੀ ਚੀਜ਼ ਇਹ ਫਾਰਮੂਲਾ ਉਹਨਾਂ ਨੂੰ ਜਿਹੜਾ ਹੈਗਾ ਵਧੇਰੇ ਜਿਹੜਾ ਹੈ ਸਹਿਯੋਗ ਮਿਲ ਸਕਦਾ ਹੈਗਾ, ਉਹਦੇ ਨਾਲ ਉਹਨਾਂ ਨੂੰ ਵਧੇਰੇ ਕਾਮਯਾਬੀ ਮਿਲ ਸਕਦੀ ਹੈਗੀ ਆ। ਸੋ ਦੋਸਤੋ, ਇਹ ਸਨ ਕੁਝ ਇਸ ਹਫ਼ਤੇ ਦੀਆਂ ਖਾਸ ਖਬਰਾਂ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਆਸ ਹੈ ਕਿ ਤੁਹਾਨੂੰ ਇਹ ਜਗ ਪੰਜਾਬੀ TV ਵੱਲੋਂ ਕੀਤੀ ਹੋਈ ਕੋਸ਼ਿਸ਼ ਜਿਹੜੀ ਹੈ ਜ਼ਰੂਰ ਪਸੰਦ ਆਵੇਗੀ ਔਰ ਆਉਂਦੀ ਹੋਵੇਗੀ। ਤੁਸੀਂ ਆਪਣੀ ਫੀਡਬੈਕ ਜਿਹੜੀ ਹੈ ਉਹ jagpunjabi.tv@gmail.com ਤੇ ਵੀ ਭੇਜ ਸਕਦੇ ਹੋ। ਅੱਜ ਸਾਨੂੰ ਦਿਓ ਇਜਾਜ਼ਤ ਤੇ ਪ੍ਰੋਗਰਾਮ ਸਮਾਪਤ ਕਰਨ ਦਾ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਨਵੀਆਂ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ ਕਰਦੇ ਹਾਂ ਚੱਗੀ ਢਿੱਲੋਂ ਦਾ, ਜਿਹੜੇ ਸਮਾਂ ਕੱਢ ਕੇ ਆਏ ਤੇ ਆਪਣਾ ਤੁਸੀਂ ਬੁਲਾਇਆ ਜੀ, ਹਾਂਜੀ, ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।